सो गुड मॉर्निंग, सत श्री अकाल सारिਆਂ ਨੂੰ जी। मैं राकेश के ढल्ला फ्रॉम गवर्नमेंट ITI मोहाली अंडर डिपार्टमेंट ऑफ टैक्नीकल एजुकेशन एंड इंडस्ट्रीयल ट्रेनिंग पंजाब। ਤੁਹਾਡਾ ਸਾਰਿਆਂ ਦਾ ਮੇਰੇ ਇਸ ਸੈਸ਼ਨ ਦੇ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈ MSME ਐਂਡ ਇੰਸਟੀਚਿਊਟ ਫਾਰ ਸੈਲਫ ਇੰਪਲੋਇਮੈਂਟਸ। ਸੋ ਅੱਗੇ ਚੱਲਣ ਤੋਂ ਪਹਿਲਾਂ ਥੋੜਾ ਜਿਹਾ ਗਵਰਨਮੈਂਟ ITI ਮੋਹਾਲੀ ਤੇ ਅਸੀਂ ਨਜ਼ਰ ਮਾਰਾਂਗੇ। ਇਹ ਜਿਹੜਾ ਤੁਹਾਨੂੰ ਇਸ ਵੇਲੇ ਰਿਫਲੈਕਟ ਹੋ ਰਹੀ ਹੈ ਇਮੇਜ ਸਾਡਾ ਫਰੰਟ ਬਲੌਕ ਹੈਗਾ, ਜਿਹੜਾ ਐਡਮਿਨ ਬਲੌਕ ਹੈਗਾ। ਇਹਦੇ ਵਿੱਚ ਸਾਰੀ ਐਡਮਿਨਿਸਟ੍ਰੇਸ਼ਨ ਔਰ ਕੁਝ ਐਡਵਾਂਸ ਕੋਰਸਿਸ ਆਪਾਂ ਇਹਦੇ ਵਿੱਚ ਰਨ ਕਰਦੇ ਹਾਂ। ਦੈਨ ਨੈਕਸਟ ਜਿਹੜਾ ਤੁਸੀਂ ਹੁਣ ਇਸ ਵੇਲੇ ਸਕਰੀਨ ਤੇ ਦੇਖਦੇ ਪਏ ਹੋ ਇਹ ਸਾਡੀਆਂ ਲੈਬਸ ਹੈਗੀਆਂ ਆ ਔਰ ਵਰਕਸ਼ਾਪਸ ਹੈਗੀਆਂ ਆ। ਇਹ ਪਲੇਗਰਾਊਂਡ ਆ, ਇਹਦੀ ਬੈਕ ਸਾਈਡ ਤੇ ਵੀ ਬਹੁਤ ਵੱਡਾ ਇੱਕ ਪਲੇਗਰਾਊਂਡ ਹੈਗਾ। ਗਰਲਜ਼ ਇੰਸਟੀਚਿਊਟ ਹੈਗਾ ਆ। ਇਹਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਅੱਗੇ ਟ੍ਰੇਡਸ ਕਿਹੜੀਆਂ ਹੈਗੀਆਂ। ट्रेड्स की जे असी गल करिए स्विंग टेक्नोलॉजी, कोपा, सरफेस ऑर्नामेंटेशन टेक्निक्स, सैक्रेटेरियल प्रैक्टिस, ड्राफ्ट्समैन सिविल, पंजाबी स्टेनोग्राफी, ड्राफ्ट्समैन मैकेनिकल, इलेक्ट्रॉनिक्स मैकेनिक, ICTSM एंड बेसिक कॉस्मेटोलॉजी, इलेक्ट्रॉनिक्स मैकेनिक एंड कंप्यूटर हार्डवेयर एंड नैटवर्क। इस तो अलावा कुछ कोर्सिस साडी ITI ਦੇ ਵਿੱਚ ਐਡਵਾਂਸ ਚੱਲਦੇ ਨੇ। ITI ਕਰਨ ਤੋਂ ਬਾਅਦ ਜਾਂ ਪੋਲੀਟੈਕਨਿਕ ਡਿਪਲੋਮਾ ਜਿਹੜੇ ਸਟੂਡੈਂਟਸ ਕਰ ਲੈਂਦੇ ਨੇ ਜਾਂ ਜਿਹੜੇ BTech ਕਰਦੇ ਨੇ। ਇਸ ਤੋਂ ਇਲਾਵਾ ਜਿਹੜੇ ਇੰਡਸਟਰੀ ਦੇ ਵਿੱਚ ਵਰਕਰਸ ਕੰਮ ਕਰਦੇ ਨੇ ਜਾਂ ਇੰਜੀਨੀਅਰਸ ਕੰਮ ਕਰਦੇ ਨੇ ਉਹਨਾਂ ਦੇ ਲਈ ਹਾਈਟੈਕ ਟ੍ਰੇਨਿੰਗ ਸਕੀਮ ਜਿੱਦਾਂ ਮੈਂ ਸਾਈਟ ਤੇ ਰਿਫਲੈਕਟ ਕੀਤਾ ਹੋਇਆ ਉਹਦੇ 'ਚ ਇੱਕ ਇੰਡਸਟਰੀਅਲ ਆਟੋਮੇਸ਼ਨ ਕੋਰਸ ਹੈਗਾ ਔਰ ਦੂਸਰਾ CNC ਪ੍ਰੋਗਰਾਮਿੰਗ ਹੈਗਾ ਆ। ਇੱਕ ਸਕਿੰਡ ਬੇਟੇ, कैन यू प्लीज शो मी स्क्रीन शेयर हो रही बेटा? मेनू चैट प्लीज दसियो, देयर इज सम प्रॉब्लम, चैट इज कमिंग की उपासना मैम कैन यू प्लीज रिप्लाई मी, स्क्रीन इज शेयरिंग और नॉट शेयरिंग? नॉट शेयरिंग सर। नो शेयरिंग, ओके मैं दोबारा शेयर करदा। ओके नो प्रॉब्लम, एक सेकेंड होल्ड करो। I'm just sharing. Please check, is it sharing or not sharing? Upasana ma'am? सर शेयर हो रही है पर डिस्प्ले नहीं आ रहा सामने। Okay, हुन आ रहा जी? नहीं सर। Okay, no problem. सिंपल दिख रही है, कुछ भी नहीं दिख रहा। तुसी रिकॉर्डिंग पॉज कर दो। Okay, fine. एक सेकंड मैं स्टूडेंट्स प्लीज वेट जी। ओके फाइन, चलिए जी। सो असी थोड़ा जिहा ITI मोहाली बारे डिस्कस कर लिया सी। सर नहीं हो रही। नो सी नो सर, वो सिर्फ वो दिख रहे हैं, फाइल्स दिख रही हैं। ओके फाइन मैम, वेट फॉर ए वाइल, आई एम डूइंग समथिंग। सर प्लीज रिकॉर्डिंग पॉज करो पहले। ओके फाइन, चलिए। lot of time is wasted in screen sharing. There was some technical problem. So as you नाम दी मेरा ख्याल जरूरत नहीं पएगी मैनू, ऑलरेडी ਆਪਾਂ कर चुके हैं। ITI मोहाली ਤੇ ਥੋੜਾ ਜਿਹਾ ਅਸੀਂ ਨਜ਼ਰ ਮਾਰ ਲਈ ਸੀਗੀ। ਟ੍ਰੇਡਸ ਅਸੀਂ ਡਿਸਕਸ ਕਰ ਲਈਆਂ ਸੀ, ਮੈਂ ਵਰਬਲੀ ਬੋਲ ਦਿੱਤਾ ਸੀਗਾ। ਸੋ ਨੈਕਸਟ ਲੈਕਚਰ ਦੇ ਵਿੱਚ ਮੈਂ ਡਿਟੇਲ ਚ ਐਕਸਪਲੇਨ ਕਰਾਂਗਾ। ਹੁਣ ਜਿਹੜਾ ਸਾਡਾ ਸਬਜੈਕਟ ਹੈਗਾ ਦੈਟ ਇਜ਼ ਐਂਟਰਪ੍ਰੇਨਿਓਰਸ਼ਿਪ ਸਕਿੱਲਸ। ਇਹਦੇ ਵਿੱਚ ਜਿਹੜਾ ਅਸੀਂ ਅੱਜ ਟੌਪਿਕ ਡਿਸਕਸ ਕਰਨ ਜਾਣਾ, ਪਹਿਲਾ ਚੈਪਟਰ ਸਾਡਾ ਜਿਹੜਾ ਹੈਗਾ ਸੈਕੰਡ ਸਮੈਸਟਰ ਦਾ ਐਂਟਰਪ੍ਰੇਨਿਓਰਸ਼ਿਪ ਸਕਿੱਲਸ, ਉਹਦੇ ਵਿੱਚ MSME ਐਂਡ ਇੰਸਟੀਚਿਊਟਸ ਫਾਰ ਸੈਲਫ ਇੰਪਲੋਇਮੈਂਟ ਅੱਜ ਅਸੀਂ ਡਿਸਕਸ ਕਰਨ ਚੱਲੇ ਹਾਂ। ਸੋ ਇਹਦੇ ਵਿੱਚ ਜੇ ਅਸੀਂ ਦੇਖੀਏ, ਮੈਂ ਉੱਪਰ ਲਿਖਿਆ ਹੋਇਆ MSME। ਸੋ MSME ਜਿਹੜਾ ਹੈਗਾ ਇਹਦੀ ਫੁੱਲ ਫਾਰਮ ਜਿਹੜੀ ਹੈਗੀ ਆ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ। ਪੇਪਰ ਦੇ ਵਿੱਚ ਕਾਫੀ ਜ਼ਿਆਦਾ ਆ ਜਾਂਦਾ ਆ, ਸਾਰਿਆਂ ਨੇ ਇਹਦੀ ਫੁੱਲ ਫਾਰਮ ਜ਼ਰੂਰ ਲਰਨ ਕਰਨੀ ਆ। ਦੀ ਫੁੱਲ ਫਾਰਮ ਇਜ਼ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ। ਸੋ ਇੱਕ ਐਕਟ ਪਾਸ ਹੋਇਆ ਸੀਗਾ 2006 ਦੇ ਵਿੱਚ। ਸੋ 2006 ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀ, ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ ਡਿਵੈਲਪਮੈਂਟ ਐਕਟ। ਮੈਂ ਦੇਖੋ ਤੁਸੀਂ
ਸਾਰਿਆਂ ਦੇ ਉੱਪਰ ਜਿਹੜਾ ਸਲਾਈਡ ਸ਼ੋ ਮੇਰਾ ਹੈਗਾ, ਇੱਥੇ ਡਿਵੈਲਪਮੈਂਟ ਐਕਟ ਦਾ ਨਾਮ ਲਿਖਿਆ ਹੋਇਆ MSMED ਐਕਟ। ਇਹ 2006 ਦੇ ਵਿੱਚ ਪਾਸ ਹੋਇਆ ਸੀਗਾ। ਸੋ ਦੀ ਐਕਟ ਨੇਮ ਵਾਜ਼ MSMED ਐਕਟ, ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ ਡਿਵੈਲਪਮੈਂਟ ਐਕਟ। ਸੋ ਇਹਦੇ ਵਿੱਚ ਕੀ ਕੀਤਾ, ਜਿੰਨੇ ਵੀ ਐਂਟਰਪ੍ਰਾਈਜ਼ਸ ਸੀਗੇ ਉਹਨਾਂ ਨੂੰ ਦੋ ਤਰੀਕੇ ਦੇ ਨਾਲ ਕਲਾਸੀਫਾਈ ਕੀਤਾ। ਵਨ ਇਜ਼ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ, ਸੈਕੰਡ ਇਜ਼ ਸਰਵਿਸ ਇੰਟਰਪ੍ਰਾਈਜ਼ਸ। ਦੋ ਤਰੀਕਿਆਂ ਨਾਲ ਕਰਨਾ, ਸਾਰਿਆਂ ਨੇ ਕਲਾਸੀਫਿਕੇਸ਼ਨ ਇਹਦੀ ਲਰਨ ਕਰਨੀ ਹੈ, ਮੇਰੇ ਖਾਸ ਕਰਕੇ ਜਿਹੜੇ ਸਟੂਡੈਂਟਸ ਬੈਠੇ ਹੋਏ ਨੇ। ਸੋ MSME ਨੂੰ 2006 ਦੇ ਵਿੱਚ ਜਿਹੜਾ ਐਕਟ ਪਾਸ ਹੋਇਆ ਸੀਗਾ MSMED, ਉਹਦੇ ਨਾਲ ਦੋ ਤਰੀਕਿਆਂ ਨਾਲ ਕਲਾਸੀਫਾਈ ਕੀਤਾ ਗਿਆ, ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਐਂਡ ਸਰਵਿਸ ਇੰਟਰਪ੍ਰਾਈਜ਼ਸ, ਰਾਈਟ। ਹੁਣ ਅਸੀਂ ਦੇਖਦੇ ਹਾਂ ਕਿ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਕੀ ਚੀਜ਼ ਹੈ। ਮੈਂ ਦੋ ਨਾਮ ਲਏ ਨੇ, ਇੱਕ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦਾ ਨਾਮ ਲਿਆ, ਸੈਕਿੰਡ ਮੈਂ ਨਾਮ ਲਿਆ ਆ ਸਰਵਿਸ ਇੰਟਰਪ੍ਰਾਈਜ਼ਸ ਦਾ। ਪਹਿਲਾਂ ਗੱਲ ਕਰਦੇ ਹਾਂ ਆਪਾਂ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦਾ। ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਜਿਹੜੇ ਇੰਟਰਪ੍ਰਾਈਜ਼ਸ, ਜਿਹੜੀ ਆਰਗੇਨਾਈਜੇਸ਼ਨਸ ਕੋਈ ਮੈਨੂਫੈਕਚਰਿੰਗ ਕਰਦੀ ਪਈ ਆ, ਕੋਈ ਪ੍ਰੋਡਕਟ ਨੂੰ ਪ੍ਰੋਡਿਊਸ ਕਰਦੀ ਪਈ ਆ, ਕੋਈ ਪ੍ਰੋਡਕਸ਼ਨ ਤਿਆਰ ਕਰ ਰਹੀ ਆ, ਉਹ ਮੰਨੇ ਜਾਣਗੇ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੇ ਵਿੱਚ। means the enterprises or the organization which deals with the production of components, any type of components, ਕੋਈ ਵੀ ਗੁੱਡ ਜਿਹੜਾ ਪ੍ਰੋਡਿਊਸ ਕਰਦੀ ਹੈ ਉਹਨੂੰ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਕਹਾਂਗੇ। ਹੁਣ ਕੋਈ ਵੀ ਗੁੱਡ ਤਿਆਰ ਕਰਨ ਦੇ ਲਈ, ਕੋਈ ਵੀ ਸਮਾਨ ਤਿਆਰ ਕਰਨ ਦੇ ਲਈ ਸਾਨੂੰ ਕੀ ਚਾਹੀਦਾ, ਮਸ਼ੀਨਰੀ ਚਾਹੀਦੀ ਹੈ। ਇਸ ਤੋਂ ਇਲਾਵਾ ਕੀ ਚਾਹੀਦਾ, ਸਾਨੂੰ ਕੋਈ ਜਗ੍ਹਾ ਚਾਹੀਦੀ ਹੈ, ਕੋਈ ਪਲਾਂਟ ਚਾਹੀਦਾ ਆ, ਕੋਈ ਇੰਡਸਟਰੀ ਚਾਹੀਦੀ ਹੈ ਜਿੱਥੇ ਆਪਾਂ ਉਸ ਮਸ਼ੀਨਰੀ ਨੂੰ ਸੈਟਅਪ ਕਰਾਂਗੇ। ਸੋ ਜਿਹੜੀ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੀ ਇਨਵੈਸਟਮੈਂਟ ਹੈਗੀ ਆ, ਉਹ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ ਕੰਸੀਡਰ ਹੁੰਦੀ ਹੈ, ਰਾਈਟ। ਇਹ ਸਾਰਿਆਂ ਨੇ ਮਾਈਂਡ 'ਚ ਰੱਖਣਾ। ਪੇਪਰ ਦੇ ਵਿੱਚ ਮੇਰੇ ਜਿਹੜੇ ਸਟੂਡੈਂਟਸ ਨੇ, ਕਈ ਵਾਰੀ ਪੇਪਰ 'ਚ ਆ ਜਾਂਦਾ ਕਿ ਦੀ investment of manufacturing enterprises is considered in, so it is considered in plant and machinery, fine. So plant and machinery consider ਹੁੰਦੇ, ਸਾਰਿਆਂ ਨੇ ਕਰਨਾ। ਅੱਗੇ ਆਪਾਂ ਗੱਲ ਕਰਦੇ ਹਾਂ manufacturing enterprises ਅੱਗੋਂ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਸੋ ਮੈਂ ਗੱਲ ਕਰਦਾ ਪਿਆ ਮਾਈਕਰੋ, ਸਮਾਲ ਐਂਡ ਮੀਡੀਅਮ। ਸਿਮਿਲਰਲੀ ਮੈਨੂਫੈਕਚਰਿੰਗ ਦੇ ਵਿੱਚ ਫਿਰ ਉਹਨੂੰ ਤਿੰਨ ਤਰੀਕੇ ਨਾਲ ਕੈਟਾਗਰਾਈਜ਼ਡ ਕਰ ਦਿੱਤਾ। ਵਨ ਇਜ਼ ਮਾਈਕਰੋ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ, ਸਮਾਲ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ, ਮੀਡੀਅਮ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ, ਤਿੰਨ ਤਰੀਕੇ ਨਾਲ ਕਰ ਦਿੱਤਾ, ਰਾਈਟ। ਅੱਗੇ ਜਾ ਕੇ ਇਹਦੇ ਨਾਲ ਡਿਟੇਲ 'ਚ ਗੱਲ ਕਰਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਸਰਵਿਸ ਇੰਟਰਪ੍ਰਾਈਜ਼ਸ ਦੀ। ਸੋ ਸਰਵਿਸ ਇੰਟਰਪ੍ਰਾਈਜ਼ਸ ਕਿਹੜੇ ਨੇ, ਉਹ ਵਾਲੇ ਇੰਟਰਪ੍ਰਾਈਜ਼ਸ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਮੈਨੂਫੈਕਚਰਿੰਗ ਨਹੀਂ ਕਰਦੇ ਪਏ ਬਟ ਸਰਵਿਸਿਜ਼ ਰੈਂਡਰ ਕਰਦੇ ਪਏ। ਸਰਵਿਸਿਜ਼ ਕੀ ਹੁੰਦੀਆਂ, ਜਿੱਦਾਂ ਸਾਨੂੰ ਇੰਟਰਨੈਟ ਸਰਵਿਸਿਜ਼ ਕੋਈ ਪ੍ਰੋਵਾਈਡ ਕਰ ਰਿਹਾ, ਕੋਈ ਵੱਡੀ ਆਰਗੇਨਾਈਜੇਸ਼ਨ ਜਿੱਦਾਂ ਮੈਨੂਫੈਕਚਰ ਕਰਕੇ ਕਾਰ ਆਪਾਂ ਲੈ ਲਈ, ਕਾਰ ਉਹਨਾਂ ਨੇ ਤਿਆਰ ਕਰ ਦਿੱਤੀ, ਉਸ ਤੋਂ ਬਾਅਦ ਉਹਦੇ ਕਾਰ ਦੇ ਸਰਵਿਸ ਸੈਂਟਰਸ ਅਲੱਗ-ਅਲੱਗ ਨੇ, ਆਪਾਂ ਜਾ ਕੇ ਸਰਵਿਸ ਕਰਵਾ ਸਕਦੇ ਹਾਂ। ਆਪਾਂ ਹਾਊਸ ਹੋਲਡ ਕੋਈ ਸਮਾਨ ਖਰੀਦਦੇ ਹਾਂ, ਜਿਵੇਂ ਰੈਫਰੀਜਰੇਟਰ ਲੈ ਲਿਆ, ਮਾਈਕ੍ਰੋਵੇਵ ਲੈ ਲਿਆ, ਦੈਨ ਟੀਵੀ ਲੈ ਲਿਆ। ਸੋ ਇਹ ਤਾਂ ਮੈਨੂਫੈਕਚਰਰ ਨੇ ਤਿਆਰ ਕਰ ਲਏ ਔਰ ਆਪਾਂ ਖਰੀਦ ਕੇ ਘਰ ਲਗਾ ਲਏ। ਇਹਨਾਂ ਦੀ ਸਰਵਿਸ ਕਰਨ ਦੇ ਲਈ ਸਰਵਿਸ ਸੈਂਟਰ ਅਲੱਗ ਤੋਂ ਨੇ, ਵਾਹੀਕਲਸ ਦੇ ਸਰਵਿਸ ਸੈਂਟਰ ਅਲੱਗ ਨੂੰ। ਸੋ ਜਿਹੜੀ ਇੰਟਰਪ੍ਰਾਈਜ਼ਸ ਕਿਸੇ ਤਰ੍ਹਾਂ ਦੀ ਮੈਨੂਫੈਕਚਰਿੰਗ ਨਹੀਂ ਕਰਦੀ ਪਈ, ਸਿਰਫ ਸਰਵਿਸਿਜ਼ ਨੂੰ ਰੈਂਡਰ ਕਰਦੀ ਪਈ, ਉਹ ਸਰਵਿਸਿਜ਼ ਇੰਟਰਪ੍ਰਾਈਜ਼ਸ ਦੇ ਅੰਡਰ ਆਏਗੀ। ਜਿੱਦਾਂ ਅੱਜ ਕੱਲ੍ਹ ਅਰਬਨ ਕਲੈਬਸ ਵਗੈਰਾ ਹੈਗੀਆਂ ਨੇ, ਉਹ ਵੀ ਸਰਵਿਸ ਇੰਟਰਪ੍ਰਾਈਜ਼ਸ ਹੈਗੇ ਆ। ਸੋ ਸਰਵਿਸ ਇੰਟਰਪ੍ਰਾਈਜ਼ਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੱਡੀ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ। ਕੋਈ ਸਾਨੂੰ ਇਹ ਜ਼ਰੂਰਤ ਨਹੀਂ ਹੈ ਕਿ ਆਪਾਂ ਪਲਾਂਟ ਜਾਂ ਵੱਡੀ ਇੰਡਸਟਰੀ ਹੀ ਖੋਲ ਕੇ ਬੈਠੀਏ, ਅਸੀਂ ਇੱਕ ਛੋਟੇ ਆਫਿਸ ਦੇ ਵਿੱਚੋਂ ਵੀ ਕੰਮ ਚਲਾ ਸਕਦੇ ਹਾਂ। ਸੋ ਬਟ ਸਾਨੂੰ ਕੰਮ ਕਰਨ ਦੇ ਲਈ ਇਕਵਿਪਮੈਂਟ ਦੀ ਜ਼ਰੂਰਤ ਜ਼ਰੂਰ ਪਏਗੀ। ਸੇ ਆਪਾਂ ਜਾ ਕੇ ਇੱਕ ਅਰਬਨ ਕਲੈਬ ਦੀ ਗੱਲ ਕਰਦੇ ਹਾਂ, ਜਿਵੇਂ ਉਹ AC ਸਰਵਿਸ ਕਰਦੇ ਆ, ਜਾਂ ਕੋਈ ਰੈਫਰੀਜਰੇਟਰ ਸਾਡੇ ਘਰ ਰਿਪੇਅਰ ਕਰਨਾ ਆਇਆ ਤੇ ਉਹਨੂੰ ਟੂਲ ਇਕਵਿਪਮੈਂਟ ਉਹਦੇ ਕੋਲ ਹੁੰਦੇ ਨੇ। ਸੋ ਜਿਹੜੀ ਸਰਵਿਸ ਇੰਟਰਪ੍ਰਾਈਜ਼ਸ ਦੀ ਇਨਵੈਸਟਮੈਂਟ ਹੈਗੀ ਆ, ਉਹ ਇਕਵਿਪਮੈਂਟਸ ਦੇ ਵਿੱਚ ਕੰਸੀਡਰ ਕੀਤੀ ਜਾਏਗੀ। ਸੋ ਦੋ ਗੱਲਾਂ ਹੋ ਗਈਆਂ। ਕੁਐਸਚਨ ਕੀ ਆਏਗਾ ਪੇਪਰ ਦੇ ਵਿੱਚ ਕਿ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੀ ਇਨਵੈਸਟਮੈਂਟ ਕਾਹਦੇ 'ਚ ਕੰਸੀਡਰ ਹੁੰਦੀ ਆ ਔਰ ਸਰਵਿਸ ਇੰਟਰਪ੍ਰਾਈਜ਼ਸ ਦੀ ਇਨਵੈਸਟਮੈਂਟ ਕਿਸ ਚੀਜ਼ ਦੇ ਵਿੱਚ ਕੰਸੀਡਰ ਹੁੰਦੀ ਆ। ਮੈਨੂਫੈਕਚਰਿੰਗ ਦੀ ਹੋਗੀ ਪਲਾਂਟ ਐਂਡ ਮਸ਼ੀਨਰੀ, ਸਰਵਿਸ ਦੀ ਹੋਗੀ ਓਨਲੀ ਇਕਵਿਪਮੈਂਟ, ਰਾਈਟ। ਹੁਣ ਇਸੇ ਤਰ੍ਹਾਂ ਹੀ ਸਰਵਿਸ ਇੰਟਰਪ੍ਰਾਈਜ਼ਸ ਨੂੰ ਫਰਦਰ ਤਿੰਨ ਹਿੱਸਿਆਂ 'ਚ ਕੈਟਾਗਰਾਈਜ਼ਡ ਕੀਤਾ ਗਿਆ। ਮਾਈਕਰੋ ਸਰਵਿਸ ਇੰਟਰਪ੍ਰਾਈਜ਼ਸ, ਸਮਾਲ ਸਰਵਿਸ ਇੰਟਰਪ੍ਰਾਈਜ਼ਸ, ਮੀਡੀਅਮ ਸਰਵਿਸ ਇੰਟਰਪ੍ਰਾਈਜ਼ਸ। ਓਕੇ, ਤਿੰਨ ਤਰ੍ਹਾਂ ਦੇ ਹੋ ਗਏ। ਹੁਣ ਅਸੀਂ ਗੱਲ ਕਰਦੇ ਹਾਂ ਵੀ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਆਰਗੇਨਾਈਜੇਸ਼ਨ ਮਾਈਕਰੋ ਕੈਟਾਗਰੀ 'ਚ ਆ, ਸਮਾਲ ਕੈਟਾਗਰੀ ਦੇ ਵਿੱਚ ਆ ਕਿ ਮੀਡੀਅਮ ਕੈਟਾਗਰੀ ਦੇ ਵਿੱਚ ਆ। ਸਾਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ। ਸੋ
ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਜਿੱਦਾਂ ਮੈਂ ਗੱਲ ਕੀਤੀ ਸੀਗੀ ਉਹ ਤਿੰਨ ਤਰ੍ਹਾਂ ਦੀਆਂ ਨੇ, ਮਾਈਕਰੋ ਮੈਨੂਫੈਕਚਰਿੰਗ, ਸਮਾਲ ਮੈਨੂਫੈਕਚਰਿੰਗ ਤੇ ਮੀਡੀਅਮ ਇੰਟਰਪ੍ਰਾਈਜ਼ਸ। ਸਿਮਿਲਰਲੀ ਜਿਹੜੀਆਂ ਸਰਵਿਸ ਇੰਟਰਪ੍ਰਾਈਜ਼ਸ ਨੇ ਮਾਈਕਰੋ, ਸਮਾਲ ਤੇ ਮੀਡੀਅਮ ਹੈਗੀਆਂ ਨੇ। ਹੁਣ ਸਾਨੂੰ ਕਿੱਦਾਂ ਪਤਾ ਲੱਗੇ ਮੈਨੂਫੈਕਚਰਿੰਗ ਕਿਹੜੀ ਰੇਂਜ ਦੇ ਵਿੱਚ ਫਾਲ ਕਰਦੀ ਪਈ, ਮਾਈਕਰੋ ਕੈਟਾਗਰੀ ਦੇ ਵਿੱਚ ਫਾਲ ਕਰਦੀ ਪਈ ਆ, ਸਮਾਲ ਦੇ ਵਿੱਚ ਫਾਲ ਕਰਦੀ ਪਈ ਆ ਕਿ ਮੀਡੀਅਮ ਦੇ ਵਿੱਚ ਫਾਲ ਕਰਦੀ ਪਈ ਆ। ਸੋ ਉਹ ਐਕਟ ਦੇ ਵਿੱਚ ਇੱਕ ਸੀਲਿੰਗਸ ਇਹਦੇ ਜਾਂ ਡਿਫਾਈਨ ਕਰ ਦਿੱਤੀਆਂ ਇਨਵੈਸਟਮੈਂਟ ਦੀਆਂ। ਸੋ ਜਿਵੇਂ ਮੈਂ ਪਹਿਲਾਂ ਦੱਸ ਚੁੱਕਾ, ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ ਉਹਦੀ ਜਿਹੜੀ ਇਨਵੈਸਟਮੈਂਟ ਕੰਸੀਡਰ ਹੋਏਗੀ। ਸੋ ਪਲਾਂਟ ਐਂਡ ਮਸ਼ੀਨਰੀ ਦੀ ਇਨਵੈਸਟਮੈਂਟ ਜਿਹੜੀ ਵੀ ਆਰਗੇਨਾਈਜੇਸ਼ਨ ਦੀ ਅਪ ਟੂ 25 ਲੈਕਸ ਹੈਗੀ ਆ ਉਹ ਮਾਈਕਰੋ ਮੈਨੂਫੈਕਚਰਿੰਗ ਇੰਟਰਪ੍ਰਾਈਜ਼ ਚ ਕੰਸੀਡਰ ਹੋਏਗਾ। ਸਿਮਿਲਰਲੀ ਜਿਹੜੀ ਆਰਗੇਨਾਈਜੇਸ਼ਨ ਦੀ ਇਨਵੈਸਟਮੈਂਟ 25 ਲੈਕਸ ਤੋਂ ਉੱਪਰ ਚਲੇ ਜਾਏਗੀ ਬਟ 5 ਕਰੋੜ ਤੋਂ ਨੀਚੇ ਰਹੇਗੀ ਉਹਨੂੰ ਆਪਾਂ ਸਮਾਲ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੇ ਵਿੱਚ ਕੰਸੀਡਰ ਕਰਾਂਗੇ। ਐਂਡ ਜਿਹੜੀ ਵੀ ਆਰਗੇਨਾਈਜੇਸ਼ਨ ਸਾਡੀ ਹੈਗੀ ਆ ਉਹਦੀ ਇਨਵੈਸਟਮੈਂਟ ਪਲਾਂਟ ਐਂਡ ਮਸ਼ੀਨਰੀ ਦੇ ਵਿੱਚ 5 ਕਰੋੜ ਤੋਂ ਟੱਪ ਜਵੇ ਔਰ 10 ਕਰੋੜ ਤੋਂ ਨੀਚੇ ਰਵੇ ਉਹਨੂੰ ਆਪਾਂ ਮੀਡੀਅਮ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੇ ਵਿੱਚ ਕੰਸੀਡਰ ਕਰਾਂਗੇ। ਸਾਰਿਆਂ ਨੇ ਲਰਨ ਕਰਨਾ, ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਕਿ ਇਨਵੈਸਟਮੈਂਟ ਕਿਹਦੀ ਆ, ਮਾਈਕਰੋ ਮੈਨੂਫੈਕਚਰਿੰਗ ਦੀ ਕਿੰਨੀ ਆ, ਸਮਾਲ ਮੈਨੂਫੈਕਚਰਿੰਗ ਦੀ ਕਿੰਨੀ ਆ, ਮੀਡੀਅਮ ਮੈਨੂਫੈਕਚਰਿੰਗ ਦੀ ਕਿੰਨੀ ਆ, ਸਾਨੂੰ ਇਨਵੈਸਟਮੈਂਟ ਪਤਾ ਹੋਣੀ ਚਾਹੀਦੀਆਂ। ਸਿਮਿਲਰਲੀ ਕਮ ਟੂ ਦੀ ਸਰਵਿਸ ਇੰਟਰਪ੍ਰਾਈਜ਼ਸ, ਇਨਵੈਸਟਮੈਂਟ ਜਿਵੇਂ ਮੈਂ ਪਹਿਲਾਂ ਦੱਸਿਆ ਇਕਵਿਪਮੈਂਟ ਆ, ਓਬਵੀਅਸ ਹੈਗਾ ਕਿ ਇਕਵਿਪਮੈਂਟ ਸਸਤਾ ਆਏਗਾ ਪਲਾਂਟ ਐਂਡ ਮਸ਼ੀਨਰੀ ਨਾਲੋਂ, ਇਸ ਕਰਕੇ ਇਹਦੀਆਂ ਇਨਵੈਸਟਮੈਂਟ ਰੇਂਜਸ ਵੀ ਥੋੜੀਆਂ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਨਾਲੋਂ ਘੱਟ ਨੇ। ਸੋ ਮਾਈਕਰੋ ਸਰਵਿਸ ਇੰਟਰਪ੍ਰਾਈਜ਼ ਦੀ ਜੇ ਆਪਾਂ ਗੱਲ ਕਰਦੇ ਹਾਂ ਅਪ ਟੂ 10 ਲੈਕਸ, ਬੇਟੇ ਸਾਰਿਆਂ ਨੇ ਸਕਰੀਨਸ਼ਾਟ ਲੈ ਲੈਣੇ ਆ ਕਿਉਂ ਇਹ ਬਹੁਤ ਇੰਪੋਰਟੈਂਟ ਆ, ਜਿਹੜੀ ਆ ਤੁਹਾਡੇ ਸਾਹਮਣੇ ਪਈ ਹੋਈ ਹੈ, ਇਹਦੇ ਚੋਂ ਜ਼ਰੂਰ ਹਰ ਵਾਰ ਕੋਈ ਨਾ ਕੋਈ ਕੁਐਸਚਨ ਜ਼ਰੂਰ ਆ ਜਾਂਦਾ, ਰਾਈਟ। ਸਮਾਲ ਸਰਵਿਸ ਇੰਟਰਪ੍ਰਾਈਜ਼ ਜੇ ਪਹਿਲਾਂ ਸੌਰੀ ਮਾਈਕਰੋ ਦੀ ਗੱਲ ਕਰਦਾ, ਮਾਈਕਰੋ ਦੀ ਜਿਹੜੀ ਇਨਵੈਸਟਮੈਂਟ ਹੈਗੀ ਅਪ ਟੂ 10 ਲੈਕਸ ਹੈਗੀ ਆ। ਸਮਾਲ ਸਰਵਿਸ ਇੰਟਰਪ੍ਰਾਈਜ਼ਸ ਦੀ ਜਿਹੜੀ ਇਨਵੈਸਟਮੈਂਟ ਹੈਗੀ ਆ that is more than 10 lakh but not exceed 2 crores to 2 ਕਰੋੜ ਤੋਂ ਨਹੀਂ ਟੱਪਣੀ ਚਾਹੀਦੀ। ਸਿਮਿਲਰਲੀ ਮੀਡੀਅਮ ਸਰਵਿਸ ਇੰਟਰਪ੍ਰਾਈਜ਼ਸ ਦੀ ਜੇ ਮੈਂ ਗੱਲ ਕਰਦਾ 2 ਕਰੋੜ ਤੋਂ ਵੱਧ ਹੋਣੀ ਚਾਹੀਦੀ ਆ ਔਰ 5 ਕਰੋੜ ਤੱਕ ਤੋਂ ਵਧਣੀ ਨਹੀਂ ਚਾਹੀਦੀ, ਰਾਈਟ। ਸੋ ਇਹ ਸਾਰੀਆਂ ਮੈਂ ਰੇਂਜਸ ਤੁਹਾਨੂੰ ਦੱਸੀਆਂ ਨੇ ਜਿਹੜੀਆਂ ਆਪਣੀਆਂ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੀਆਂ ਔਰ ਸਰਵਿਸ ਇੰਟਰਪ੍ਰਾਈਜ਼ਸ ਦੀਆਂ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਮਾਈਕਰੋ, ਸਮਾਲ ਐਂਡ ਮੀਡੀਅਮ ਸਾਰਿਆਂ ਨੇ ਲਰਨ ਕਰਨਾ। ਜਿਹੜੇ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਦੀਆਂ ਉਹਨਾਂ ਦੀਆਂ ਇਨਵੈਸਟਮੈਂਟ ਰੇਂਜਸ ਜ਼ਿਆਦੀਆਂ ਕਿਉਂਕਿ ਪਲਾਂਟ ਐਂਡ ਮਸ਼ੀਨਰੀ ਸਾਨੂੰ ਲੈਣੀ ਪੈਂਦੀ ਆ। ਜਿਹੜੀਆਂ ਸਰਵਿਸ ਇੰਟਰਪ੍ਰਾਈਜ਼ਸ ਨੇ ਉਹਦੀਆਂ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਉਹ ਕੰਪੈਰੀਟਿਵਲੀ ਘੱਟ ਹੈਗੀਆਂ ਨੇ ਬਿਕੋਜ਼ ਸਾਨੂੰ ਉਹਦੇ ਲਈ ਪਲਾਂਟ ਐਂਡ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ, ਰਾਈਟ। ਚਲਿਏ ਅੱਗੇ ਚੱਲਦੇ ਹਾਂ। ਇਹਦੇ ਵਿੱਚ MSME ਜਿਹੜਾ ਹੈਗਾ ਆ ਮੈਂ ਖਤਮ ਕਰ ਦਿੱਤਾ। ਨੋ ਆਪਾਂ ਸਟਾਰਟ ਕਰਾਂਗੇ ਇੰਸਟੀਚਿਊਟ ਫਾਰ ਸੈਲਫ ਇੰਪਲੋਇਮੈਂਟ ਦੇ ਲਈ। ਹੁਣ ਜੇ ਦੇਖੋ ਤੁਹਾਡੇ ਕੋਲ ਦੋ ਆਪਸ਼ਨਸ ਨੇ ITI ਕਰਨ ਤੋਂ ਬਾਅਦ, ਤੁਸੀਂ ਜਾਂ ਜੌਬ ਕਰਨੀ ਹੈ ਜਾਂ ਆਪਣਾ ਕੋਈ ਇੰਪਲੋਇਮੈਂਟ ਸਟਾਰਟ ਕਰੋਗੇ, ਆਪਣਾ ਕੋਈ ਬਿਜ਼ਨਸ ਸਟਾਰਟ ਕਰੋਗੇ। ਜਦੋਂ ਅਸੀਂ ਆਪਣਾ ਕੋਈ ਬਿਜ਼ਨਸ ਸਟਾਰਟ ਕਰਨਾ ਆ ਉਹਦੇ ਵਿੱਚ ਸਾਨੂੰ ਉਸ ਨੂੰ ਬਿਜ਼ਨਸ ਨੂੰ ਰਨ ਕਰਨ ਦੇ ਲਈ, ਸਟਾਰਟ ਕਰਨ ਦੇ ਲਈ ਸਾਨੂੰ ਕਈ ਤਰ੍ਹਾਂ ਦੇ ਰਿਸੋਰਸਿਸ ਔਰ ਕਈ ਤਰ੍ਹਾਂ ਦੀਆਂ ਫੈਸਿਲਿਟੀਆਂ ਦੀ ਜ਼ਰੂਰਤ ਪੈਂਦੀ ਹੈ। ਹੁਣ ਸਾਨੂੰ ਫੈਸਿਲਿਟੀਆਂ ਕਿਹੜੀਆਂ ਹੈਗੀਆਂ, that may be in term of technical, financial, marketing or any type of training is required, right? ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਕੋਈ ਬਿਜ਼ਨਸ ਰਨ ਕਰਨ ਨੂੰ ਚਾਹੀਦੀਆਂ ਨੇ। ਹੁਣ ਗੱਲ ਇਹ ਹੈ ਵੀ ਜੇ ਕਿਸੇ ਨੇ ਕੋਈ ਬਿਜ਼ਨਸ ਸਟਾਰਟ ਕਰਨਾ ਆ ਉਹ ਅਸੀਂ ਹੌਸਲਾ ਤਾਂ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਫਾਈਨੈਂਸਿਸ ਕਿੱਥੋਂ ਆਣਗੇ, ਅਸੀਂ ਮਾਰਕੀਟਿੰਗ ਕਿੱਥੇ ਕਰਾਂਗੇ, ਸਾਨੂੰ ਟ੍ਰੇਨਿੰਗ ਸਪੋਰਟ ਕਿੱਥੋਂ ਮਿਲੇਗੀ, ਸਾਨੂੰ ਟੈਕਨੀਕਲ ਸਪੋਰਟ ਜਿਹੜੀ ਟੈਕਨੀਕਲ ਨਾ ਹੋ ਕਿੱਥੋਂ ਪਤਾ ਲੱਗੇਗੀ। ਇਸ ਕਰਕੇ ਅਸੀਂ ਬਿਜ਼ਨਸ ਨਹੀਂ ਕਰਦੇ। ਇਹ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਦੇ ਹੋਏ ਗਵਰਨਮੈਂਟ ਨੇ ਵੇਰੀਅਸ ਇੰਸਟੀਟਿਊਸ਼ਨਸ, ਆਰਗੇਨਾਈਜੇਸ਼ਨਸ ਓਪਨ ਕੀਤੀਆਂ ਹੋਈਆਂ ਆ ਜਿਹੜੀਆਂ ਸਾਨੂੰ ਕੋਈ ਬਿਜ਼ਨਸ ਰਨ ਕਰਨ ਦੇ ਲਈ ਅਲੱਗ-ਅਲੱਗ ਤਰੀਕੇ ਦੇ ਨਾਲ ਹੈਲਪ ਕਰਦੀਆਂ ਨੇ। ਓਕੇ, ਪਲੀਜ਼ ਬੇਟਾ ਵੇਟ ਫॉर ਅ ਮਿੰਟ, wait for a while. I'm starting. मैं स्टार्ट कर रहे हैं बच्चों जल्दी। चलिए स्टार्ट करते हैं।
ਸੋ ਮੈਂ ਤੁਹਾਨੂੰ ਐਕਸਪਲੇਨ ਕੀਤਾ ਆ ਕਿ ਕੋਈ ਵੀ ਬਿਜ਼ਨਸ ਰਨ ਕਰਨ ਦੇ ਲਈ ਜਿਹੜੀਆਂ ਸਾਨੂੰ ਸਪੋਰਟ ਚਾਹੀਦੀਆਂ ਨੇ, ਜਿਵੇਂ ਟੈਕਨੀਕਲ ਸਪੋਰਟ ਹੋ ਗਈ, ਫਾਈਨੈਂਸ਼ੀਅਲ ਸਪੋਰਟ ਹੋ ਗਈ, ਮਾਰਕੀਟਿੰਗ ਸਪੋਰਟ ਹੋ ਗਈ ਔਰ ਟ੍ਰੇਨਿੰਗ ਸਪੋਰਟ ਹੋ ਗਈਆਂ। ਇਹਦੇ ਲਈ ਗਵਰਨਮੈਂਟ ਨੇ ਅਲੱਗ-ਅਲੱਗ ਇੰਸਟੀਟਿਊਸ਼ਨਸ ਔਰ ਆਰਗੇਨਾਈਜੇਸ਼ਨਸ ਤਿਆਰ ਕੀਤੀਆਂ ਹੋਈਆਂ, ਜਿਹੜੀਆਂ ਸਾਨੂੰ ਟਾਈਮ ਟੂ ਟਾਈਮ ਗਾਈਡ ਕਰਦੀਆਂ ਨੇ ਕਿ ਸਾਨੂੰ ਕਿਹੜਾ ਕੰਮ ਕਿਹੜੇ ਤਰੀਕੇ ਦੇ ਨਾਲ ਕਰਨਾ ਚਾਹੀਦਾ, ਰਾਈਟ। ਰਕੇਸ਼ ਜੀ ਵਿਜੇਂਦਰ ਧਵਨ ਬੋਲ ਰਿਹਾ ਮੈਂ। ਹਾਂਜੀ ਹਾਂਜੀ ਸਰ, ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ। ਆਪਾਂ ਲੈਕਚਰ ਦਾ ਥੋੜਾ ਜਿਹਾ ਸਟਾਈਲ ਚੇਂਜ ਕਰਕੇ ਦੇਖੀਏ। ਅੱਜ ਤੁਹਾਡੇ ਲੈਕਚਰ ਜੀ ਕਰ ਸਕਦੇ ਸੀਗੇ ਜੀ ਸਰ। ਇਹ ਹੈਂਡ ਰੇਜ਼ ਕੀਤਾ ਮਿਸਟਰ ਅੱਪੂ ਹੈਜ਼ ਰੇਜ਼ਡ ਹੈਂਡ। ਸੋ ਅੱਪੂ, what do you want to say? ਮੈਂ ਸਾਰੇ ਇਹਨਾਂ ਨੂੰ ਅਨਮਿਊਟ ਕਰਦਾ। ਮੈਂ ਸਾਰੇ ਪਾਰਟਿਸਪੈਂਟਸ ਨੂੰ ਥੋੜੀ ਦੇਰ ਲਈ ਅਲਾਉ ਕਰਾਂਗਾ, ਬਟ ਉਹੀ ਸਟੂਡੈਂਟਸ ਜਿਹੜੇ ਆਪਣੇ ਆਪ ਨੂੰ ਅਨਮਿਊਟ ਕਰਨਗੇ ਜਿਨ੍ਹਾਂ ਨੂੰ ਕੋਈ ਪਾਰਟਿਸਪੇਸ਼ਨ ਦੀ ਜ਼ਰੂਰਤ ਆ। ਥੈਂਕ ਯੂ। ਮੈਂ ਥੋੜਾ ਅਲਾਉ ਕਰ ਰਿਹਾ, ਸਾਰੇ ਆਪਣੇ ਮਿਊਟ ਕਰਕੇ ਰੱਖਣਗੇ। ਸੋ ਐਜ਼ ਸਰ ਟੋਲਡ, ਕੋਈ ਹੈਂਡ ਰੇਜ਼ ਹੈਗੇ ਆ? ਪਲੀਜ਼ ਕਾਈਂਡਲੀ ਲੈਟ ਮੀ ਨੋ। ਮਿਸਟਰ ਅੱਪੂ, ਸੰਦੀਪ ਕੌਰ, do you have any query? Mr. Appu, Sandeep Kaur. हेलो, गुड मॉर्निंग सर। गुड मॉर्निंग बेटा, गुड मॉर्निंग। हाँ जी बोलिए सर। मैं मैन्युफैक्चरिंग इंटरप्राइजेस बारे दोबारा समझा दूंगी सर। हाँ बेटा, मैन्युफैक्चरिंग इंटरप्राइजेस ਜਿਹੜੇ ਹੈਗੇ ਆ, ਕੋਈ ਵੀ ਡੀਲ ਕਰਦੇ ਨੇ ਮੈਨੂਫੈਕਚਰਿੰਗ ਦੇ ਵਿੱਚ, ਜਿਹੜਾ ਕੋਈ ਪ੍ਰੋਡਕਟ ਤਿਆਰ ਕਰਦੇ ਪਏ, ਜਿਹੜਾ ਕੋਈ ਕੰਪੋਨੈਂਟ ਤਿਆਰ ਕਰਦੇ ਨੇ, ਉਹਨਾਂ ਨੂੰ ਆਪਾਂ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਕੈਟਾਗਰੀ ਦੇ ਵਿੱਚ ਲਵਾਂਗੇ। ਔਰ ਉਹਦੀਆਂ ਮੈਂ ਇਨਵੈਸਟਮੈਂਟ ਆਲਰੇਡੀ ਕਰ ਦਿੱਤੀਆਂ। ਅੱਗੇ ਉਹ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ ਨੂੰ 3 ਹਿੱਸਿਆਂ 'ਚ ਡਿਵਾਈਡ ਕਰਦੇ ਆ: ਮਾਈਕਰੋ, ਸਮਾਲ ਐਂਡ ਮੀਡੀਅਮ ਮੈਨੂਫੈਕਚਰਿੰਗ ਇੰਟਰਪ੍ਰਾਈਜ਼ਸ। ਇਨਵੈਸਟਮੈਂਟ ਮੈਂ ਆਲਰੇਡੀ ਡਿਸਕਸ ਕਰ ਚੁੱਕਾ। ਹਾਂਜੀ, ਹੋਰ ਹਰਜਿੰਦਰ ਕੌਰ। यस सर। हाँ जी ਜੀ, ਤੁਹਾਡਾ ਹੈਂਡ ਰੇਜ਼ ਸੀਗਾ, ਪਲੀਜ਼ ਆਸਕ ਯੂਰ ਕੁਐਸਚਨ। सर मैं ओके, फाइन फाइन फाइन, ठीक है जी। थैंक यू सर। तो ਰਕੇਸ਼ ਜੀ, ਨੈਕਸਟ ਔਨਵਰਡਸ ਵੀ ਵਿਲ ਟਰਾਈ। ਇੱਕ ਤੇ ਆਪਾਂ ਜਿਹੜੀਆਂ ਪ੍ਰੈਜੈਂਟੇਸ਼ਨਸ ਹੈਗੀਆਂ ਉਹਦੇ ਵਿੱਚ ਮਿਸ਼ਨ ਫਤਿਹ ਦਾ ਲਾਸਟ ਦੇ ਵਿੱਚ ਸਿਰਫ ਉਹ ਸਲਾਈਡ ਦੇ ਵਿੱਚ ਹੀ ਮੈਂਸ਼ਨ ਕਰਾਂਗੇ। ITI ਮਿਸ਼ਨ ਫਤਿਹ, ਵਰਚੁਅਲ ਟ੍ਰੇਨਿੰਗ, ਬਾਕੀ ਚੀਜ਼ਾਂ ਦੇ ਬਾਰੇ ਆਪਾਂ ਕੁਝ ਨਹੀਂ, ਸਿਰਫ ਲੈਕਚਰ ਤੇ ਕਨਸੈਂਟਰੇਟ ਕਰਾਂਗੇ। ਤੇ ਤੁਹਾਡੇ ਲੈਕਚਰ 'ਚ ਆਪਾਂ ਟਰਾਈ ਕਰਾਂਗੇ ਵਿੱਚ ਜਿਹੜੇ ਹੈਂਡ ਰੇਜ਼ ਹੋਣਗੇ ਸਿਰਫ ਉਹਨਾਂ ਨੂੰ ਹੀ ਅਨਮਿਊਟ ਕਰਕੇ ਉਹਨਾਂ ਤੋਂ ਅਸੀਂ ਸਵਾਲ ਪੁੱਛ ਲਾਂਗੇ। MK डेरा बाबा नानक कुछ पूछना चाह रहे हैं? मॉर्निंग सर। गुड मॉर्निंग। सर मैंने ये पूछना था कि जैसे स्मॉल इंडस्ट्रीज, सर्विस इंस्टीट्यूशंस के बारे में थोड़ा सा पूछना था। आप शुरू से जुड़े हुए हैं लेक्चर में? सर कुछ टाइम ही हुआ मुझे जुड़े को। अच्छा, चलिए आपको लास्ट में रिपीट करें सारा? हाँ जी सर। आप थोड़ा लेट आए थे इसलिए आपको लास्ट में सारा दोबारा रिपीट करेंगे। हाँ, मिस्टर अप्पू, डू यू वांट टू आस्क एनीथिंग? I would like to talk to Malisha Govda. Malisha Govda. I am unmuting you, Malisha. Malisha, from where you are? Mr. Govda? Hello sir, I'm from Karnataka. Karnataka. Welcome. You are instructor or? Yeah, yes sir. Acha, in NSCI? Malisha ji. Tell me sir. Okay. You are posted. You are instructor with an ITI or some NITI. NITI. Well, thank you. ITI. Okay. ITI in Mandya district. Thank you, Mr. Govda. Thanks for attending this session. Thank you. Continue, Rakesh ji. Continue, please. Okay, thank you, sir. Thank you very much. All participants, there is, as our director sir was talking while this participating and joining this lecture, and all the participants are also requested to mute yourself, ਕਿਉਂਕਿ ਮੈਂ ਜਿਹੜਾ ਆਪਣੇ ਵੱਲੋਂ ਸਾਰਿਆਂ ਨੂੰ ਅਨਮਿਊਟ ਕਰਨ ਨੂੰ ਆਥੋਰਾਈਜ਼ ਕੀਤਾ ਗਿਆ।
and I noted Mr. Gowda is in my lectures from the every time he is attending my lectures. Thank you very much Gowda sir. चलिए start करते हैं जी अगे. So start कर रहे हैं. So ਆਪਾਂ ਗੱਲ ਕਰਦੇ ਪਏ ਸੀਗੇ ਜਿਹੜੇ various institutes ਨੇ ਉਹਦੇ ਵਿੱਚ ਸਾਰਿਆਂ ਨੇ ਜਿਹੜੇ ਇੰਪੋਰਟੈਂਟ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਮੈਂ ਦੱਸੀਆਂ ਨੇ ਸਾਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਹੈਲਪ ਕਰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਉਹਨਾਂ ਦੇ ਨਾਮ ਅਸੀਂ ਦੇਖਣੇ ਨੇ. ਡਿਸਟ੍ਰਿਕਟ ਇੰਡਸਟਰੀ ਸੈਂਟਰਸ DICs, technical consultancies organization TCOs, MSME development institutes ਜਿਹੜੇ ਹੈਗੇ MSMEDIs ਉਹਨਾਂ ਨੂੰ ਕਿਹਾ ਜਾਂਦਾ. ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ KVICs, small industries service institutes SISIs, National Small Industries Corporation Limited NSIC, Small Industries Development Organization SIDO, Small Industries Development Agencies SIDA. ਇਹ 8 organizations ਮੈਂ ਲਿਖੀਆਂ ਹੋਈਆਂ ਨੇ. ਸਾਰੇ ਜਿਹੜੇ ਮੇਰੇ ਸਟੂਡੈਂਟਸ ਬੈਠੇ ਹੋਏ ਨੇ ਉਹਨਾਂ ਨੇ ਇਹਨਾਂ ਦੀਆਂ ਐਬਰੀਵੇਸ਼ਨਸ ਯਾਦ ਕਰਨੀਆਂ ਨੇ, ਸਮਾਲ ਟਰਮਸ ਯਾਦ ਕਰਨੀਆਂ ਨੇ. ਪੇਪਰ ਦੇ ਵਿੱਚ ਆ ਜਾਂਦਾ what do you mean by DIC, TCOs, MSMEDIs, KVIC, ਇਹਨਾਂ ਦੀਆਂ ਫੁੱਲ ਫਾਰਮਸ ਆ ਜਾਂਦੀਆਂ ਨੇ. ਸੋ ਯੂ ਕੈਨ ਟੇਕ ਇਟਸ ਪ੍ਰਿੰਟ ਆਊਟ ਆਲਸੋ. ਇਹ ਯਾਦ ਸਾਰਿਆਂ ਨੇ ਲਰਨ ਕਰਨਾ ਨੇ. ਸੋ ਇੱਕ ਇੱਕ ਕਰਕੇ ਡਿਸਕਸ ਕਰਾਂਗੇ. ਥੋੜਾ ਜਿਹਾ ਰਸ਼ ਅਪ ਕਰਾਂਗੇ ਅੱਜ ਬਿਕੋਜ਼ ਟਾਈਮ ਥੋੜਾ ਜਿਹਾ ਜ਼ਿਆਦਾ ਲੱਗ ਗਿਆ. So I will try my best to complete all the organization in today's session. So ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਡਿਸਟ੍ਰਿਕਟ ਇੰਡਸਟਰੀ ਸੈਂਟਰਸ ਤੋਂ, DICs ਤੋਂ. ਸੋ DICs ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਦੁਆਰਾ 1978 ਦੇ ਵਿੱਚ ਇਹ ਆਰਗੇਨਾਈਜੇਸ਼ਨ ਸੈਟਅਪ ਕੀਤੀ ਗਈ ਸੀਗੀ. ਸਟੇਟ ਗਵਰਨਮੈਂਟ ਵੱਲੋਂ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ DIC ਜ਼ਰੂਰ ਸੈਟਅਪ ਕੀਤਾ ਜਾਂਦਾ ਹੈ. ਸੋ ਇਟ ਇਜ਼ ਦੀ ਰਿਸਪੌਂਸਿਬਿਲਿਟੀ ਆਫ ਦੀ ਸਟੇਟ ਗਵਰਨਮੈਂਟ ਟੂ ਸੈਟਅਪ 1 DIC ਪਰ ਡਿਸਟ੍ਰਿਕਟ, ਰਾਈਟ. ਸੋ ਇਸ ਤੋਂ ਇਲਾਵਾ DICs ਦੇ ਕੋਲ ਕਈ ਤਰ੍ਹਾਂ ਦੀਆਂ ਐਡਮਿਨਿਸਟ੍ਰੇਟਿਵ ਔਰ ਫਾਈਨੈਂਸ਼ੀਅਲ ਪਾਵਰਸ ਹੁੰਦੀਆਂ ਨੇ ਜਿਹਦੇ ਨਾਲ ਉਹ ਅਲਾਟਮੈਂਟ ਆਫ ਲੈਂਡਸ ਕਰਦੀਆਂ ਨੇ, ਰॉ ਮਟੀਰੀਅਲ ਨੂੰ ਅਲਾਟ ਕਰਦੀਆਂ ਨੇ ਔਰ ਜਿਹੜੇ ਵਰਕ ਸ਼ੈਡਸ ਦੇ ਲਈ ਖਰਚੇ ਉਹਨਾਂ ਨੂੰ ਹੁੰਦੇ ਨੇ ਆਪਣੇ ਐਂਟਰਪ੍ਰੀਨਿਓਰਸ ਨੂੰ ਉਹ ਅਲਾਟਮੈਂਟਸ ਕਰਦੇ ਨੇ. ਸੋ ਇਹਨਾਂ ਦੇ ਜਿਹੜੇ ਕੰਮ ਹੈਗੇ ਆ ਦੈਟ ਇਜ਼ ਐਡਮਿਨਿਸਟ੍ਰੇਟਿਵ ਪਾਰਟ ਤੇ ਜਾਂ ਫਾਈਨੈਂਸ਼ੀਅਲ ਪਾਰਟ ਤੇ ਅਲਾਟਮੈਂਟ ਆਫ ਲੈਂਡ ਹੈਗੀ ਆ, ਰॉ ਮਟੀਰੀਅਲ ਹੋ ਗਿਆ, ਵਰਕ ਸ਼ੈਡਸ ਲਈ ਅਲਾਟਮੈਂਟ ਵੀ ਇਹਨਾਂ ਨੇ ਇਹ ਕਰਦੇ ਨੇ. ਸੋ ਇਹ ਜਿਹੜਾ DICs ਨੇ ਇਹ ਫੰਕਸ਼ਨ ਕਰਦੇ ਨੇ ਡਾਇਰੈਕਟੋਰੇਟ ਆਫ ਇੰਡਸਟਰੀਜ਼ ਦੇ ਅੰਡਰ, ਰਾਈਟ. ਔਰ ਜਿਹੜਾ ਕੋਈ ਵੀ DIC ਸੈਂਟਰ ਹੈਗਾ ਆ ਦੈਟ ਇਜ਼ ਹੈਡਡ ਬਾਈ ਦੀ ਜਨਰਲ ਮੈਨੇਜਰ. ਸੋ ਉੱਥੇ ਜਿਹੜੇ ਟੌਪ ਅਫੀਸ਼ੀਅਲ ਬੈਠਣਗੇ DICs 'ਚ ਉਹਨਾਂ ਦੀ ਡੈਜ਼ਿਗਨੇਸ਼ਨ ਜਿਹੜੀ ਹੈਗੀ ਜਨਰਲ ਮੈਨੇਜਰ ਹੋਏਗੀ, ਰਾਈਟ. ਸੋ ਫੰਕਸ਼ਨ ਕਰਦੇ ਨੇ ਡਾਇਰੈਕਟੋਰੇਟ ਆਫ ਇੰਡਸਟਰੀਜ਼. DIC ਹੈਡ ਹੁੰਦਾ ਜਨਰਲ ਮੈਨੇਜਰ ਦੁਆਰਾ. ਇਹਨਾਂ ਦੀਆਂ ਫਾਈਨੈਂਸ਼ੀਅਲ ਪਾਵਰਸ ਔਰ ਐਡਮਿਨਿਸਟ੍ਰੇਟਿਵ ਪਾਵਰਸ ਹੈਗੀਆਂ ਅਲਾਟਮੈਂਟ ਆਫ ਲੈਂਡ ਕਰਨ ਦੇ ਵਿੱਚ, ਰॉ ਮਟੀਰੀਅਲ ਅਲਾਟ ਕਰਨ ਦੇ ਵਿੱਚ ਔਰ ਵਰਕ ਸ਼ੈਡਸ ਅਲਾਟ ਕਰਨ ਦੇ ਵਿੱਚ. ਇਹ ਫੰਕਸ਼ਨ ਸਾਰਿਆਂ ਨੇ ਕਰਨੇ ਨੇ. ਇਸ ਤੋਂ ਇਲਾਵਾ ਥੋੜੇ ਜਿਹੇ ਫੰਕਸ਼ਨ ਮੈਂ ਹੋਰ ਲਿਖੇ ਨੇ. ਸੋ ਇਹ DICs ਇੱਕ ਤਰ੍ਹਾਂ ਦੀ ਸਿੰਗਲ ਰੂਫ ਸਰਵਿਸ ਆ ਜਿਹਦੇ ਵਿੱਚ ਨਿਊ ਐਂਟਰਪ੍ਰੀਨਿਓਰਸ ਨੂੰ ਹਰ ਤਰੀਕੇ ਦੇ ਨਾਲ ਗਾਈਡ ਕੀਤਾ ਜਾਂਦਾ. ਸੋ ਜਦੋਂ ਵੀ ਅਸੀਂ ਕੋਈ ਬਿਜ਼ਨਸ ਰਨ ਕਰਨਾ ਵੀ ਵਿਲ ਅਪਰੋਚ ਟੂ DICs. ਉਹਨਾਂ ਕੋਲੋਂ ਜਿੱਦਾਂ ਦੀ ਵੀ ਸਾਨੂੰ ਹੈਲਪ ਚਾਹੀਦੀ ਆ ਆਪਾਂ ਜਾ ਕੇ ਉਹਨਾਂ ਕੋਲੋਂ ਪੁੱਛ ਸਕਦੇ ਹਾਂ DICs ਕੋਲੋਂ. ਸੋ ਇਸ ਤੋਂ ਇਲਾਵਾ DICs ਪੋਟੈਂਸ਼ੀਅਲ ਸਰਵੇ ਕਰਦੇ ਨੇ ਮਾਰਕੀਟ ਦੇ ਵਿੱਚ ਰਿਸੋਰਸਿਸ ਪਤਾ ਕਰਨ ਦੇ ਲਈ. ਹੁਣ ਰਿਸੋਰਸਿਸ ਕੀ ਹੈਗੇ ਆ ਕਿ ਇਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਬਿਜ਼ਨਸਿਸ ਰਨ ਹੋ ਸਕਦੇ ਆ, ਕਿਸ ਤਰ੍ਹਾਂ ਦਾ ਸਕੋਪ ਹੈਗਾ ਆ, ਮਾਰਕੀਟਿੰਗ ਸਕੋਪ ਕੀ ਹੈਗਾ ਆ, ਰਾਈਟ, ਫਿਊਚਰ ਸਕੋਪ ਕੀ ਹੈਗਾ. ਇਹ ਪੋਟੈਂਸ਼ੀਅਲ ਸਰਵੇ ਇਹਨਾਂ ਨੇ DICs ਨੇ ਆਪਣੇ ਕੋਲ ਕਰਕੇ ਰੱਖਣੇ ਆ ਤਾਂ ਜੋ ਜਿਹੜੇ ਵੀ ਐਂਟਰਪ੍ਰੀਨਿਓਰ ਨੇ ਕੋਈ ਬਿਜ਼ਨਸ ਸਟਾਰਟ ਕਰਨਾ ਜਦੋਂ ਜਾ ਕੇ ਇਹਨਾਂ ਦੀ ਹੈਲਪ ਕਰਦੇ ਆ ਉਹਨਾਂ ਨੂੰ ਕੋਲੋਂ ਕੋਈ ਕੁਐਸਚਨ ਆਸਕ ਕਰਦੇ ਆ ਤੇ ਉਹ ਉਹਨਾਂ ਨੂੰ ਦੱਸ ਸਕਣ ਕਿ ਤੁਹਾਡਾ ਜਿਹੜਾ ਪ੍ਰੋਡਕਟ ਹੈਗਾ, ਜਿਹੜੀ ਤੁਹਾਡੀ ਇੰਡਸਟਰੀ ਹੈਗੀ ਜਿਹੜੀ ਤੁਸੀਂ ਸਟਾਰਟ ਕਰਨ ਚੱਲੇ ਹੋ ਉਹਦਾ ਮਾਰਕੀਟ ਸਕੋਪ ਕੀ ਹੈਗਾ. ਸੋ ਜਿੰਨੀਆਂ ਵੀ ਸਟੇਟ ਗਵਰਨਮੈਂਟ ਦੀਆਂ ਔਰ ਸੈਂਟਰਲ ਗਵਰਨਮੈਂਟ ਦੀਆਂ ਡਿਵੈਲਪਮੈਂਟ ਪਾਲਿਸੀਜ਼ ਆਉਂਦੀਆਂ ਨੇ ਰਿਲੇਟਿਡ ਟੂ ਐਂਟਰਪ੍ਰੀਨਿਓਰਸ, ਰਿਲੇਟਿਡ ਟੂ ਦੀ ਸਮਾਲ ਇੰਡਸਟਰੀਜ਼, ਉਹਨਾਂ ਨੂੰ ਇੰਪਲੀਮੈਂਟ ਕਰਵਾਉਣਾ DICs ਦੀ ਰਿਸਪੌਂਸਿਬਿਲਿਟੀ ਹੈ. ਇਹਨਾਂ ਦਾ ਮੇਜਰ ਫੰਕਸ਼ਨ ਹੈਗਾ ਆ. ਸੋ ਇਸ ਤੋਂ ਇਲਾਵਾ ਜਿਹੜੇ ਐਂਟਰਪ੍ਰੀਨਿਓਰਸ ਨੇ ਉਹਨਾਂ ਨੂੰ ਹੈਲਪ ਕਰਦੇ ਨੇ ਕਿ ਉਹ ਮਸ਼ੀਨਰੀ, ਇਕਵਿਪਮੈਂਟ ਔਰ ਰॉ ਮਟੀਰੀਅਲ ਕਿਹੜੇ ਤਰੀਕੇ ਦਾ ਖਰੀਦਣ, ਕਿੱਦਾਂ ਦਾ ਚੂਜ਼ ਕਰਨ ਦੇ ਵਿੱਚ ਹੈਲਪ ਕਰਦੇ ਨੇ DICs. ਇਸ ਤੋਂ ਬਾਅਦ SSI ਰਜਿਸਟ੍ਰੇਸ਼ਨ ਕਰਦੇ ਨੇ. ਹੁਣ SSI ਦਾ ਕੀ ਮਤਲਬ ਆ? ਸਮਾਲ ਸਕੇਲ ਇੰਡਸਟਰੀ. ਜਿੰਨੀ ਵੀ ਸਮਾਲ ਸਕੇਲ ਇੰਡਸਟਰੀ ਆ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਉਹ DICs ਕਰਦੇ ਨੇ.
ਸੋ ਇਹ ਸਾਰੇ ਫੰਕਸ਼ਨ ਜਿਹੜੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਸਟੂਡੈਂਟਸ ਨੂੰ। ਪੇਪਰ ਦੇ ਵਿੱਚ ਇਹ ਆ ਜਾਂਦਾ ਕਿ which of the following is the function of DICs, right? ਸੋ ਇਹਦੇ ਵਿੱਚੋਂ ਕੋਈ ਵੀ ਪੁੱਛਿਆ ਜਾ ਸਕਦਾ। ਇੱਕ ਬੜਾ ਇੰਪੋਰਟੈਂਟ ਇਹਦੇ ਵਿੱਚੋਂ ਹੈਗਾ SSI ਰਜਿਸਟ੍ਰੇਸ਼ਨ ਇਜ਼ ਦੀ ਮੇਜਰ ਫੰਕਸ਼ਨ ਆਫ DICs। ਵੈਸੇ ਸਾਰੇ ਹੀ ਮੇਜਰ ਨੇ, ਸਰਵੇ ਵੀ ਇਹ ਕਰਦੇ ਨੇ, ਉਹ ਵੀ ਮੇਜਰ ਆ। ਸਾਡੀ ਹੈਲਪ ਕਰਦੇ ਨੇ ਐਂਟਰਪ੍ਰੈਨਿਓਰਸ ਦੀ ਮਸ਼ੀਨਰੀ, ਇਕਵਿਪਮੈਂਟ ਐਂਡ ਰॉ ਮਟੀਰੀਅਲ ਚੂਜ਼ ਕਰਨ ਦੇ ਵਿੱਚ। ਸੋ ਇਹ ਵੀ ਬਹੁਤ ਵੱਡਾ ਜਿਹੜਾ ਹੈਗਾ ਆ ਉਹ ਇੱਕ ਸਟੈਪ ਹੈਗਾ। ਸੋ DICs ਮੈਂ ਕਵਰ ਕਰ ਲਏ ਨੇ। ਸੈਕੰਡ ਇਜ਼ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ, TCOs। ਹੁਣ ਜਿਹੜੇ TCOs ਨੇ ਹੈਗੇ ਆ ਉਹ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਕੀ ਰੋਲ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੇ ਆ ਉਹਨਾਂ ਦੀ ਕੋਲੈਬੋਰੇਸ਼ਨ ਸਟੇਟ ਲੈਵਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਨਾਲ, ਡਿਵੈਲਪਮੈਂਟ ਇੰਸਟੀਟਿਊਸ਼ਨਸ ਦੇ ਨਾਲ, ਕਮਰਸ਼ੀਅਲ ਬੈਂਕਸ ਦੇ ਨਾਲ, ਇਹਨਾਂ ਨੇ ਇੱਕ ਨੈਟਵਰਕ ਤਿਆਰ ਕੀਤਾ ਹੋਇਆ ਟੈਕਨੀਕਲ ਕੰਸਲਟੈਂਸੀ ਦਾ, ਰਾਈਟ, ਜਿਹੜਾ ਬਤੌਰ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ ਰਨ ਕਰਦੇ ਨੇ। ਸੋ ਜਿੰਨੇ ਵੀ ਇੰਡੀਆ ਲੈਵਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ, collaboration with the state level financial institution, development institutions, commercial banks वगैरह, ये सारे ने मिलकर technical consultancy करते हैं। जिन्नियां भी new entrepreneurs दियां needs ने small and mediums ਨਾਲ related ਉਹਨਾਂ ਨੂੰ consultancy services ਦਿੰਦੇ ਨੇ। ਹੁਣ ਇਹਦੇ ਵਿੱਚ ਅਸੀਂ ਦੇਖੀਏ ਕਿ ਇਹ ਮੇਜਰ ਕੰਮ ਕੀ ਕਰਦੇ ਆ, ਮੇਜਰ ਫੰਕਸ਼ਨ ਇਹਨਾਂ ਦੇ ਕੀ ਹੈਗੇ ਆ। ਸਭ ਤੋਂ ਪਹਿਲਾਂ ਤਾਂ ਪ੍ਰੋਜੈਕਟ ਆਇਡੈਂਟੀਫਿਕੇਸ਼ਨ। ਜਦੋਂ ਵੀ ਕਿਸੇ ਨੇ ਕੋਈ ਵੀ ਪਰਸਨਲ ਹੈਗਾ ਉਹਨੇ ਕੋਈ ਕੰਮ ਸਟਾਰਟ ਕਰਨਾ, ਉਹ ਚਾਹੁੰਦਾ ਵੀ ਮੈਂ ਇਹ ਵਾਲਾ ਪ੍ਰੋਜੈਕਟ ਜਿਹੜਾ ਸਟਾਰਟ ਕਰਾਂ, ਉਹਨੇ ਆਪਣਾ ਪ੍ਰੋਜੈਕਟ ਆਇਡੈਂਟੀਫਾਈ ਕਰ ਲਿਆ। ਆਫਟਰ ਆਇਡੈਂਟੀਫਾਈਂਗ ਦੀ ਪ੍ਰੋਜੈਕਟ ਉਹ TCOs ਕੋਲ ਜਾਣਗੇ ਕਿ ਇਹ ਜਿਹੜਾ ਮੈਂ ਪ੍ਰੋਜੈਕਟ ਆਇਡੈਂਟੀਫਾਈ ਕੀਤਾ ਇਜ਼ ਇਟ ਓਕੇ অর ਨੋਟ ਓਕੇ, ਰਾਈਟ। ਤੇ ਟੈਕਨੀਕਲ ਦੇ TCOs ਨੇ ਉਹਨਾਂ ਨੂੰ ਜੋ ਵੀ ਉਹਨਾਂ ਕੋਲ ਡਾਟਾ ਹੈਗਾ ਉਹਦੇ ਹਿਸਾਬ ਨਾਲ ਦੱਸਣਗੇ ਕਿ ਤੁਹਾਡਾ ਇਹ ਪ੍ਰੋਜੈਕਟ ਆਇਡੈਂਟੀਫਿਕੇਸ਼ਨ, ਤੁਸੀਂ ਪ੍ਰੋਜੈਕਟ ਸਹੀ ਚੂਜ਼ ਕੀਤਾ ਜਾਂ ਨਹੀਂ ਕੀਤਾ। ਦੇਖੋ ਬਹੁਤ ਵੱਡੀ ਗੱਲ ਆ ਜਿਹੜੇ ਆਪਾਂ ਆਪਣੇ ਪ੍ਰੋਜੈਕਟ ਨੂੰ ਆਇਡੈਂਟੀਫਾਈ ਕਰਨਾ ਹੁੰਦਾ, ਬਹੁਤ ਸਭ ਤੋਂ ਮੁਸ਼ਕਿਲ ਕੰਮ ਆ। ਕਈ ਵਾਰੀ ਅਸੀਂ ਗਲਤ ਚੂਜ਼ ਕਰ ਲੈਂਦੇ ਆ ਆਪਣਾ ਜਿਹੜਾ ਪ੍ਰੋਜੈਕਟ ਹੈਗਾ, ਔਰ ਆਪਾਂ ਉਹਦੇ ਤੇ ਇਨਵੈਸਟਮੈਂਟ ਕਰ ਲੈਂਦੇ ਆ, ਅਸੀਂ ਸਾਰਾ ਖਰਚੇ ਕਰ ਲੈਂਦੇ ਆ, ਬਟ ਉਹ ਥੋੜੇ ਟਾਈਮ ਬਾਅਦ ਹੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੁੰਦੀ ਆ ਉਹ ਫੇਲ ਹੋ ਜਾਂਦੀ ਆ, ਰਾਈਟ, ਸਾਨੂੰ ਲਾਸ ਬਹੁਤ ਵੱਡਾ ਹੋ ਜਾਂਦਾ। ਸੋ ਪ੍ਰੋਜੈਕਟ ਆਇਡੈਂਟੀਫਿਕੇਸ਼ਨ ਦੇ ਲਈ ਸਾਨੂੰ TCOs ਹੈਲਪ ਕਰਦੇ ਨੇ ਕਿ ਆਪਾਂ ਇਸ ਏਰੀਆ ਦੇ ਹਿਸਾਬ ਨਾਲ ਕਿ ਪ੍ਰੋਜੈਕਟ ਨੂੰ ਸਹੀ ਆਇਡੈਂਟੀਫਾਈ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ, ਰਾਈਟ। ਉਸ ਤੋਂ ਬਾਅਦ ਫਿਜ਼ੀਬਿਲਿਟੀ ਸਟੱਡੀਜ਼ ਕਰਦੇ ਨੇ, ਅਸੀਂ ਲੈ ਕੇ ਜਾਵਾਂਗੇ ਫਿਜ਼ੀਬਿਲਿਟੀ ਸਟੱਡੀਜ਼ ਲਈ ਸਾਡੀ ਹੈਲਪ ਕਰਨਗੇ, ਰਾਈਟ। ਹੁਣ ਫਿਜ਼ੀਬਿਲਿਟੀ ਸਟੱਡੀਜ਼ ਕੀ ਆ ਕਿ ਪ੍ਰੋਜੈਕਟ ਨੂੰ ਚਲਾਉਣ ਦੇ ਵਿੱਚ ਜਿਹੜਾ ਅਸੀਂ ਪ੍ਰੋਡਕਟ ਕੰਪੋਨੈਂਟ ਤਿਆਰ ਕਰਨਾ ਆ ਉਹਦੀ ਮਾਰਕੀਟ ਫਿਜ਼ੀਬਿਲਿਟੀ। ਹੁਣ ਦੇਖੋ ਪੇਪਰ ਦੇ ਵਿੱਚ ਆ ਜਾਂਦਾ, ਮੈਂ ਫਿਜ਼ੀਬਿਲਿਟੀ ਨੂੰ ਉੱਥੇ ਡਿਟੇਲ 'ਚ ਡਿਸਕਸ ਕਰ ਲਿਆ। ਫਿਜ਼ੀਬਿਲਿਟੀ 4 ਤਰ੍ਹਾਂ ਦੀ ਹੁੰਦੀ ਹੈ, ਇੱਕ ਮਾਰਕੀਟ ਫਿਜ਼ੀਬਿਲਿਟੀ ਹੁੰਦੀ ਹੈ, ਇੱਕ ਟੈਕਨੀਕਲ ਫਿਜ਼ੀਬਿਲਿਟੀ ਹੈ, ਫਾਈਨੈਂਸ਼ੀਅਲ ਫਿਜ਼ੀਬਿਲਿਟੀ ਹੈ ਐਂਡ ਆਰਗੇਨਾਈਜੇਸ਼ਨਲ ਫਿਜ਼ੀਬਿਲਿਟੀ ਹੈ। ਪੇਪਰ ਦੇ ਵਿੱਚ ਕਈ ਵਾਰੀ ਕੁਐਸਚਨ ਆ ਜਾਂਦਾ, which of the following is the type of feasibility, project feasibility, right? So market, technical, financial or organizational feasibility it may be, right? ਹੁਣ market feasibility ਕੀ ਹੈਗਾ, ਜਿਹੜਾ ਅਸੀਂ ਪ੍ਰੋਡਕਟ ਤਿਆਰ ਕਰਨਾ ਆ ਉਹਦੀ ਕਰੰਟ ਮਾਰਕੀਟ ਕੀ ਹੈਗੀ ਆ, ਉਹਦੀ ਆਉਣ ਵਾਲੀ ਫਿਊਚਰ ਦੇ ਵਿੱਚ ਮਾਰਕੀਟਿੰਗ ਕਿੰਨੀ ਕੀ ਹੋਏਗੀ, ਪੋਟੈਂਸ਼ੀਅਲ ਮਾਰਕੀਟਿੰਗ ਕਿੰਨੀ ਕਾ। ਟੈਕਨੀਕਲ ਦਾ ਮਤਲਬ ਆ ਕਿ ਅਸੀਂ ਪ੍ਰੋਡਕਟ ਨੂੰ ਤਿਆਰ ਕਰਕੇ ਕਿਹੜੇ ਤਰੀਕੇ ਦੇ ਨਾਲ ਡਿਲੀਵਰ ਕਰਨਾ, ਉਹਦੇ 'ਚ ਟੈਕਨੀਕਲ ਨੋ-ਹਾਉ ਕਿਹੜੀਆਂ ਹੈਗੀਆਂ ਆ। ਫਾਈਨੈਂਸ਼ੀਅਲ ਜਿਹੜੀ ਫਿਜ਼ੀਬਿਲਿਟੀ ਹੈਗੀ ਹੈ ਦੈਟ ਇਨਕਲੂਡਸ ਸੋਰਸ ਆਫ ਕੈਪੀਟਲ ਕੀ ਹੈਗੇ ਆ, ਹਾਊ ਮਚ ਸਟਾਰਟਅਪ ਕੈਪੀਟਲ ਇਜ਼ ਰਿਕੁਆਇਰਡ, ਰਿਟਰਨ ਔਨ ਇਨਵੈਸਟਮੈਂਟ ਮੀਨਸ ਮੈਨੂੰ ਕਿੰਨਾ ਸਟਾਰਟਿੰਗ ਦੇ ਵਿੱਚ ਕਿੰਨਾ ਮੈਨੂੰ ਵਰਕਿੰਗ ਕੈਪੀਟਲ ਚਾਹੀਦਾ ਆ, ਕਿੰਨਾ ਮੈਨੂੰ ਕੰਮ ਪ੍ਰੋਜੈਕਟ ਸਟਾਰਟ ਕਰਨ ਦੇ ਲਈ ਕਿੰਨਾ ਮੈਨੂੰ ਪੈਸਾ ਚਾਹੀਦਾ ਆ, ਮੇਰੇ ਕੋਲ ਸੋਰਸਿਸ ਆਫ ਕੈਪੀਟਲ ਕਿਹੜੇ ਹੈਗੇ ਆ। ਇਸ ਤੋਂ ਬਾਅਦ ਆ ਗਿਆ ਆਰਗੇਨਾਈਜੇਸ਼ਨਲ ਫਿਜ਼ੀਬਿਲਿਟੀ। ਆਰਗੇਨਾਈਜੇਸ਼ਨਲ ਫਿਜ਼ੀਬਿਲਿਟੀ ਦੇ ਵਿੱਚ ਇਹ ਡਿਫਾਈਨ ਕਰਦੀ ਆ ਲੀਗਲ ਐਂਡ ਕੋਆਪਰੇਟਿਵ ਸਟਰਕਚਰ, ਕੋਈ ਲੀਗਲ ਹਿਚਿਸ ਤਾਂ ਨਹੀਂ ਹੈਗੀਆਂ, ਉਹਨੂੰ ਕਿਹੜੇ ਤਰੀਕੇ ਦਾ ਆਪਾਂ ਰਿਜ਼ੋਲਵ ਕਰਨਾ। ਸੋ ਫਿਜ਼ੀਬਿਲਿਟੀ ਸਟੱਡੀ ਦੇ ਵਿੱਚ TCOs ਸਾਡੀ ਹੈਲਪ ਕਰਦੇ ਨੇ। preparation of project report, it is very important preparation of project report। ਜਦੋਂ ਵੀ ਅਸੀਂ ਕੋਈ ਆਪਣਾ ਬਿਜ਼ਨਸ ਸਟਾਰਟ ਕਰਨਾ, ਫਸਟ ਵੀ ਹੈਵ ਟੂ ਰਾਈਟ ਡਾਊਨ ਔਨ ਏ ਰਫ ਡਰਾਫਟ ਕਿ ਸਾਡੇ ਜਿਹੜਾ ਆਪਾਂ ਜਗ੍ਹਾ ਖਰੀਦਣੀ ਹੈ, ਜਿੱਥੇ ਪਲਾਂਟ ਬਣਾਉਣਾ, ਉਸ ਤੇ ਕਿੰਨੇ ਪੈਸੇ ਸਾਡੇ ਲੱਗਣ ਵਾਲੇ ਆ, ਜੇ ਅਸੀਂ ਰੈਂਟ ਲੈਣਾ ਰੈਂਟ ਤੇ ਕਿੰਨੇ ਆ, ਮੇਰੇ ਕਿੰਨੇ ਪਾਰਟਨਰ ਹੋਣਗੇ, ਰਾਈਟ, ਮੈਂ ਜਿਹੜਾ ਪ੍ਰੋਡਕਟ ਖਰੀਦਣਾ ਆ ਤਿਆਰ ਕਰਨਾ ਆ ਉਹਦੇ ਤੇ ਮੇਰੀ ਕਿੰਨੀ ਇਨਵੈਸਟਮੈਂਟ ਆਏਗੀ, ਮੇਰਾ ਜਿਹੜਾ ਪ੍ਰੋਡਕਟ ਹੈਗਾ ਉਹਦੀ ਕਿੰਨੀ ਕਾਸਟ ਰਹੇਗੀ, ਜਿਹੜਾ ਮੈਂ ਆਪਣਾ
NOCs ਲੈਣੀਆਂ ਨੇ ਜਾਂ ਇਲੈਕਟ੍ਰਿਸਿਟੀ ਚਾਰजेस ਨੇ, ਵਾਟਰ ਚਾਰजेस ਨੇ, ਜਾਂ ਜਿਹੜੇ ਮੇਰੇ ਰॉ ਮਟੀਰੀਅਲ ਚਾਰजेस ਨੇ, ਮਸ਼ੀਨਰੀ ਚਾਰजेस ਕਿੰਨੇ ਕਿੰਨੇ ਰਹਿਣੇ, ਇਹ ਮੈਨੂੰ ਇੱਕ ਪ੍ਰੋਜੈਕਟ ਰਿਪੋਰਟ ਤਿਆਰ ਕਰਨੀ ਪੈਂਦੀ ਹੈ। ਪ੍ਰੋਜੈਕਟ ਰਿਪੋਰਟ ਨੂੰ ਅਸੀਂ ਬਿਜ਼ਨਸ ਪਲਾਨ ਕਹਿੰਦੇ ਆ। ਜਦੋਂ ਵੀ ਤੁਸੀਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਜਾਂਦੇ ਹੋ ਕੋਈ ਹੈਲਪ ਲੈਣ ਦੇ ਲਈ, ਜਾਂ ਬੈਂਕਸ ਦੇ ਵਿੱਚ ਜਾਂਦੇ ਹੋ ਤੁਸੀਂ ਲੋਨ ਲੈਣ ਦੇ ਲਈ, ਰਾਈਟ। ਹੁਣ ਜਦੋਂ ਆਪਾਂ ਲੋਨ ਲੈਣਾ ਕੋਈ ਵੀ, ਤੇ ਸਾਡਾ ਉੱਥੇ ਸਭ ਤੋਂ ਪਹਿਲਾਂ ਪ੍ਰੋਜੈਕਟ ਰਿਪੋਰਟ ਮੰਗੀ ਜਾਏਗੀ। ਕੋਈ ਵੀ ਅਸੀਂ ਆਰਗੇਨਾਈਜੇਸ਼ਨ ਦੇ ਕੋਲ ਹੈਲਪ ਲੈਣ ਜਾਵਾਂਗੇ, ਸਭ ਤੋਂ ਪਹਿਲਾਂ ਸਾਨੂੰ ਇਹ ਕਹਿਣਗੇ ਕਿ ਆਪਣੀ ਪ੍ਰੋਜੈਕਟ ਰਿਪੋਰਟ ਦਿਖਾਓ। ਇੱਕ ਪ੍ਰੋਜੈਕਟ ਰਿਪੋਰਟ ਇਦਾਂ ਦਾ ਡਾਕੂਮੈਂਟ ਆ ਜਿਹੜਾ ਰਿਫਲੈਕਟ ਕਰਦਾ ਆ ਕਿ ਸਾਡਾ ਜਿਹੜਾ ਬਿਜ਼ਨਸ ਹੈਗਾ ਉਹਦੇ ਵਿੱਚ ਕਿੰਨੀਆਂ ਇਨਵੈਸਟਮੈਂਟ ਆ, ਕਿੰਨੇ ਖਰਚੇ, ਕੀ ਫਿਊਚਰ ਪਲਾਨ ਹੈਗੇ ਆ। ਔਰ ਪ੍ਰੋਜੈਕਟ ਰਿਪੋਰਟ ਦੇ ਬੇਸ ਦੇ ਉੱਤੇ ਹੀ ਕੋਈ ਸਾਡਾ ਜਿਹੜਾ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੇ ਆ ਸਾਨੂੰ ਲੋਨ ਪ੍ਰੋਵਾਈਡ ਕਰਦੇ ਆ। ਜਦੋਂ ਅਸੀਂ ਪ੍ਰੋਜੈਕਟ ਰਿਪੋਰਟ ਨੂੰ ਕਿਸੇ ਬੈਂਕ ਦੇ ਵਿੱਚ ਲੋਨ ਲੈਣ ਦੇ ਲਈ ਆਪਾਂ ਪ੍ਰੈਜ਼ੈਂਟ ਕਰਦੇ ਆ, ਉਹਨੂੰ ਲੋਨ ਪ੍ਰਪੋਜ਼ਲ ਆਪਾਂ ਫਿਰ ਕਹਿ ਦਿੰਦੇ, ਰਾਈਟ। ਸੋ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦੇ ਵਿੱਚ TCOs ਹੈਲਪ ਕਰਦੇ ਨੇ। ਮਾਰਕੀਟ ਸਰਵੇਜ਼ ਹੋ ਗਿਆ, ਸਟੱਡੀਜ਼ ਹੋ ਗਿਆ, ਮਾਡਰਨਾਈਜੇਸ਼ਨ ਦਾ ਕੀ ਸਕੋਪ ਹੈਗਾ, ਤਾਂ ਸਾਡਾ ਜਿਹੜਾ ਪ੍ਰੋਜੈਕਟ ਆਪਾਂ ਸਟਾਰਟ ਕਰਨ ਚੱਲੇ, ਆਰਗੇਨਾਈਜੇਸ਼ਨ ਸਟਾਰਟ ਕਰਨ ਲੱਗੇ ਆ, ਉਹਦੇ ਵਿੱਚ ਮਾਡਰਨਾਈਜੇਸ਼ਨ ਸਕੋਪ ਕੀ ਹੈਗਾ, ਟ੍ਰੇਨਿੰਗ ਕਿੱਦਾਂ ਦੀ ਚਾਹੀਦੀ ਆ, ਰਾਈਟ। ਸੋ ਇਹਦੇ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੀਆਂ ਅਵੇਅਰਨੈਸ ਕੈਂਪਸ ਵੀ ਇਹ ਲਗਾਉਂਦੇ ਨੇ TCOs, ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਕਿ ਐਂਟਰਪ੍ਰੇਨਿਓਰਸ ਨੂੰ ਅਵੇਅਰ ਕੀਤਾ ਜਾਵੇ ਕਿਹੜੇ ਤਰੀਕੇ ਦੇ ਨਾਲ ਉਹਨੇ ਕੰਮ ਕਰਨਾ। ਸੋ ਇਹ ਸਾਰੇ ਫੰਕਸ਼ਨਸ TCOs ਦੇ ਸੀਗੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ MSME ਡਿਵੈਲਪਮੈਂਟ ਇੰਸਟੀਚਿਊਟਸ। ਸੋ MSME ਡਿਵੈਲਪਮੈਂਟ ਇੰਸਟੀਚਿਊਟਸ ਦੇ ਬਾਰੇ ਪੇਪਰ ਦੇ ਵਿੱਚ ਕਾਫੀ ਵਾਰ ਆ ਜਾਂਦਾ ਹੈ ਸਾਡਾ। ਸੋ ਇਹ ਸਾਨੂੰ ਹੈਲਪ ਕਰਦੇ ਨੇ ਆਇਡੈਂਟੀਫਿਕੇਸ਼ਨ ਐਂਡ ਸਿਲੈਕਸ਼ਨ ਆਫ ਪ੍ਰੋਡਕਟਸ, ਰਾਈਟ। ਆਪਾਂ ਆਪਣੇ ਪ੍ਰੋਡਕਟ ਦੀ ਸਿਲੈਕਸ਼ਨ ਕਿਵੇਂ ਕਰੀਏ ਕਿ ਕਿਹੜਾ ਪ੍ਰੋਡਕਟ ਸਾਨੂੰ ਤਿਆਰ ਕਰਨਾ ਚਾਹੀਦਾ, ਸਾਨੂੰ MSME DIs ਸਾਨੂੰ ਸੁਜੈਸਟ ਕਰਦੇ ਨੇ, ਸਾਨੂੰ ਗਾਈਡ ਕਰਦੇ ਨੇ। ਐਪਰੋਪਰੀਏਟ ਟੈਕਨੋਲੋਜੀ ਆਪਾਂ ਕਿਹੜੀ ਲੈਣੀ ਆ ਉਹਦੀ ਸਿਲੈਕਸ਼ਨ ਕਰਨ ਦੇ ਵਿੱਚ ਸਾਡੀ ਹੈਲਪ ਕਰਦੇ ਨੇ। ਸਾਡਾ ਮੈਨੂਫੈਕਚਰਿੰਗ ਪ੍ਰੋਸੈਸ ਕਿਹੜਾ ਰਹਿਣਾ ਚਾਹੀਦਾ ਜਾਂ ਕਿਹੜੀਆਂ-ਕਿਹੜੀਆਂ ਟੈਕਨੀਕਸ ਸਾਡੇ ਕੋਲ ਰਹਿਣੀਆਂ ਚਾਹੀਦੀਆਂ, ਇਹਦੀ ਸਿਲੈਕਸ਼ਨ ਕਰਨ ਦੇ ਲਈ ਵੀ MSME ਸਾਨੂੰ ਹੈਲਪ ਕਰਦੇ ਨੇ। ਔਰ ਸੂਟੇਬਲ ਪਲਾਂਟ ਐਂਡ ਮਸ਼ੀਨਰੀ ਸਾਡੇ ਕੋਲ ਕਿਹੜੀ ਹੋਣੀ ਚਾਹੀਦੀ ਹੈ, ਇਹਦੇ ਵਿੱਚ ਵੀ MSME ਸਾਡੀ ਹੈਲਪ ਕਰਦੇ ਨੇ। ਔਰ ਮਾਰਕੀਟ ਦੀ ਇਨਫੋਰਮੇਸ਼ਨ ਕਿ ਸਾਡਾ ਪ੍ਰੋਡਕਟ ਕਿੰਨਾ ਕੁ ਵਧੀਆ ਚੱਲ ਸਕਦਾ, ਕਿਹੜੇ ਤਰੀਕੇ ਨਾਲ ਵਧੀਆ ਚੱਲਦਾ, ਕਿੱਦਾਂ ਦੀ ਉਹਦੀ ਕੁਆਲਿਟੀ ਚਾਹੀਦੀ ਆ, ਕਿੰਨਾ ਸਾਨੂੰ ਪ੍ਰੋਡਕਟ ਤਿਆਰ ਕਰਨਾ ਪਏਗਾ। ਸੋ ਮੋਸਟਲੀ ਪੇਪਰ ਦੇ ਵਿੱਚ MSME DIs ਦਾ ਕੁਐਸਚਨ ਆਉਂਦਾ ਆ, that which ਜਿਹੜੀ ਇਹ ਮੈਂ ਫੰਕਸ਼ਨਸ ਲਿਖੇ ਹੋਏ ਨੇ, ਇਹ ਕਿਹੜੀ ਆਰਗੇਨਾਈਜੇਸ਼ਨ ਜਾਂ ਕਿਹੜਾ ਸੈਲਫ ਇੰਪਲੋਇਮੈਂਟ ਇੰਸਟੀਚਿਊਟ ਹੈਗਾ ਜਿਹੜਾ ਸਾਨੂੰ ਹੈਲਪ ਕਰਦਾ। ਜਿਵੇਂ ਸਿਲੈਕਸ਼ਨ ਆਫ ਪ੍ਰੋਡਕਟ ਹੋ ਗਿਆ, ਅਪਰੋਪਰੀਏਟ ਟੈਕਨੋਲੋਜੀ ਹੋ ਗਿਆ, ਮੈਨੂਫੈਕਚਰਿੰਗ ਪ੍ਰੋਸੈਸ ਹੋ ਗਿਆ, ਟੈਕਨੀਕਸ ਹੋ ਗਈਆਂ, ਪਲਾਂਟ ਐਂਡ ਮਸ਼ੀਨਰੀ ਹੋ ਗਿਆ, ਮਾਰਕੀਟ ਇਨਫੋਰਮੇਸ਼ਨ, ਵਿਚ ਇੰਸਟੀਚਿਊਟਸ ਗਾਈਡ ਫॉर that is MSME DIs ਜਿਹੜੇ ਨੇ ਸਾਨੂੰ ਇਹਦੇ ਵਿੱਚ ਗਾਈਡ ਕਰਦੇ ਨੇ। ਬਹੁਤ ਇੰਪੋਰਟੈਂਟ ਹੈਗਾ MSME। ਸਾਰੇ ਸਕਰੀਨਸ਼ਾਟ ਪਲੀਜ਼ ਲੈਣਗੇ ਨਾ, ਜੇ ਨਹੀਂ ਲਿਆ ਮੈਂ ਦੁਬਾਰਾ ਲੈ ਸਕਦੇ ਹੋ ਤੁਸੀਂ, ਰਾਈਟ। ओके, थैंक यू। चलिए जी अगे चलते हैं। अगे जी खादी एंड विलेज इंडस्ट्रीज कमीशन KVICs, इट इज वेरी ये भी बहुत पॉपुलर ऑर्गेनाइजेशन है। सो जेड़े खादी और विलेज इंडस्ट्रीज दे नाल रिलेटेड जिन्ने भी प्रोग्राम्स हैगे आ, उन्हां दी प्लानिंग, उन्हां दी प्रमोशन और उन्हां दी इंप्लीमेंटेशन दा काम KVIPs करते हैं। सो इन्हां दी रिस्पॉन्सिबिलिटी जिहड़ी हैगी है प्लानिंग, प्रमोशन एंड इंप्लीमेंटेशन ऑफ प्रोग्राम्स फॉर द डेवलपमेंट ऑफ खादी एंड अदर विलेज इंडस्ट्रीज। ये इन्हां दा खादी एंड विलेज। इस तो इलावा इन्हां ने की करना, जेड़े खादी और विलेज इंडस्ट्री नाल रिलेटेड रॉ मटीरियल्स ने उन्हां दे रिजर्व रखने अपने कोल, तां जो जेड़े प्रोड्यूसर्स हैगे उन्हां नूं सप्लाई कीता जा सके समान। हुण कई वारी समान नहीं मिलदा, जेड़े खादी एंड विलेज इंडस्ट्री जी ज़्यादातर हैगी आ दैट इज़ विलेज बेस्ड, उत्थे लोगों को पता नहीं लगता रिमोट होने करके कि असी रॉ मटीरियल कित्थों लेना आ। सो KVIPs उन्हां पहला ही अपने को रॉ मटीरियल का रिजर्व रखते और इन्हां नूं सप्लाई करते हैं। सो क्रिएशन ऑफ कॉमन सर्विसेज, जिहड़ा भी रॉ मटीरियल हैगा उन्हां नूं सैमी फिनिश्ड गुड्स दे विच कन्वर्ट करवाना भी, उहदी क्रिएशन कराना भी KVIPs का काम हैगा। ਜਿਹੜੇ ਪ੍ਰੋਡਕਟ ਤਿਆਰ ਕਰ ਦਿੱਤੇ ਇੰਡਸਟਰੀ ਨੇ, ਵਿਲੇਜ ਇੰਡਸਟਰੀ ਨੇ ਰਿਲੇਟਡ ਟੂ ਖਾਦੀ, ਉਹਨਾਂ ਦੀ ਮਾਰਕੀਟਿੰਗ ਦਾ ਕੰਮ ਵੀ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਇਹ ਅਸਿਸਟ ਕਰਦੇ ਨੇ, ਹੈਲਪ ਕਰਦੇ ਨੇ, ਉਹਨਾਂ ਦੀ ਮਾਰਕੀਟਿੰਗ ਕਰਵਾਉਂਦੇ ਨੇ। ਇਸ ਤੋਂ ਇਲਾਵਾ ਜਿਹੜੇ ਆਰਟੀਸ਼ੀਅਨਸ ਨੇ, ਆਰਟੀਸ਼ੀਅਨਸ ਕੌਣ ਆ, ਜਿਹੜੇ
ਕਿ ਖਾਦੀ ਔਰ ਵਿਲੇਜ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਵਰਕਰਸ ਆ, ਅਲੱਗ-ਅਲੱਗ ਜਿਹਨਾਂ ਕੋਲ ਕੋਈ ਕਿੱਤਾ ਆਂਦਾ ਆ, ਉਹਨਾਂ ਦੀ ਨੌਲੇਜ ਨੂੰ ਇਨਹਾਂਸ ਕਰਨ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਵੀ KVIPs ਰੱਖਦੇ ਨੇ। ਸੋ KVIP ਬਾਰੇ ਮੇਰਾ ਖਿਆਲ ਸਾਰਿਆਂ ਨੂੰ ਪਤਾ ਲੱਗ ਜਾਊਗਾ। ਬੇਸਿਕਲੀ ਇਟ ਇਜ਼ ਫॉर ਖਾਦੀ ਐਂਡ ਵਿਲੇਜ ਇੰਡਸਟਰੀ ਓਨਲੀ, ਰਾਈਟ। ਉਸ ਤੋਂ ਬਾਅਦ ਆ ਗਏ ਸਮਾਲ ਇੰਡਸਟਰੀ ਸਰਵਿਸ ਇੰਸਟੀਚਿਊਟਸ, SISIs, ਰਾਈਟ, ਸਮਾਲ ਇੰਡਸਟਰੀਜ਼ ਸਰਵਿਸ ਇੰਸਟੀਚਿਊਟਸ। ਸੋ ਇਹਨਾਂ ਨੇ ਕੀ ਕਰਨਾ, ਇਹ ਇੱਕ ਸਟੇਟ ਦੇ ਵਿੱਚ ਇੱਕ SISIs ਹੋਏਗਾ ਜਿਹੜਾ ਕੰਸਲਟੈਂਸੀ ਸਰਵਿਸਿਜ਼ ਦਿੰਦਾ। ਹੁਣ ਕੰਸਲਟੈਂਸੀ ਸਰਵਿਸਿਜ਼ ਇਹ ਕਿੱਦਾਂ ਦੀਆਂ ਦਿੰਦੇ ਨੇ, ਇਹ ਆਪਾਂ ਗੱਲ ਕਰਨੀ ਆ। ਜਿੰਨੇ ਵੀ ਐਂਟਰਪ੍ਰੈਨਿਓਰਸ ਦੇ ਡਿਵੈਲਪਮੈਂਟ ਪ੍ਰੋਗਰਾਮਸ ਨੇ ਇਹ ਕੰਡਕਟ ਕਰਾਉਂਦੇ ਨੇ। ਦੇਖਿਏ, ਇਹਨਾਂ ਨੇ ਕੋਈ ਪ੍ਰੋਗਰਾਮ ਕੰਡਕਟ ਕਰਾਤਾ, ਸਾਰੇ ਐਂਟਰਪ੍ਰੈਨਿਓਰਸ ਨੂੰ ਕਾਲ ਕਰ ਲਿਆ ਔਰ ਉੱਥੇ ਉਹਨਾਂ ਨੂੰ ਅਵੇਅਰ ਕਰਦੇ ਨੇ ਕਿ ਕਿਹੜੇ ਬਿਜ਼ਨਸ ਦਾ ਸਕੋਪ ਕਿੱਦਾਂ ਆ, ਉਹਦੀ ਡਿਵੈਲਪਮੈਂਟ ਕਿਵੇਂ ਕਰਨੀ ਆ, ਕਿਹੜੇ ਤਰੀਕੇ ਨਾਲ ਆਪਾਂ ਨਿਊ ਡਾਈਵਰਜੈਂਸ ਕਰ ਸਕਦੇ ਆ। ਸੋ ਇਹ ਸਾਰੇ ਜਿੰਨੇ ਵੀ ਡਿਵੈਲਪਮੈਂਟ ਪ੍ਰੋਗਰਾਮ ਹੈਗੇ ਆ ਇੰਡਸਟਰੀ ਨੂੰ, ਉਹਨਾਂ ਨੂੰ ਆਰਗੇਨਾਈਜ਼ ਕਰਦੇ ਨੇ, ਪ੍ਰੋਗਰਾਮਸ ਨੂੰ ਆਰਗੇਨਾਈਜ਼ ਕਰਦੇ ਨੇ। ਇਸ ਤੋਂ ਇਲਾਵਾ ਜਿਹੜੇ ਆਰਗੇਨਾਈਜੇਸ਼ਨਸ ਨੇ, ਜਿਹੜੀ ਇੰਡਸਟਰੀਜ਼ ਨੇ, ਉਹਨਾਂ ਦੀ ਐਕਸਪੋਰਟ ਕਰਨ ਦੇ ਵਿੱਚ ਹੈਲਪ ਕਰਦੇ ਨੇ, ਐਕਸਪੋਰਟ ਪ੍ਰਮੋਸ਼ਨ ਦੇ ਵਿੱਚ। ਕੰਡਕਟ EDPs, EDP ਇੱਕ ਟਰਮ ਹੈਗੀ ਹੈ, ਐਂਟਰਪ੍ਰੈਨਿਓਰਲ ਐਬਿਲਿਟੀ ਅਮੰਗ ਦੀ ਪੀਪਲ। ਲੋਕਾਂ ਦੇ ਵਿੱਚ ਐਂਟਰਪ੍ਰੈਨਿਓਰਲ ਐਬਿਲਿਟੀ ਡਿਵੈਲਪ ਕਰਨ ਦੇ ਲਈ ਇਹ ਪ੍ਰੋਗਰਾਮ ਕੰਡਕਟ ਕਰਦੇ ਨੇ। ਸੋ ਕੰਡਕਟ EDPs ਮੈਂ ਲਿਖਿਆ ਹੈ, EDPs ਦੀ ਫੁੱਲ ਫਾਰਮ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਜਿਹੜਾ ਰॉ ਮਟੀਰੀਅਲ ਇੰਡਸਟਰੀਜ਼ ਦੇ ਵਿੱਚ ਆਂਦਾ ਹੈ ਜਾਂ ਫਾਈਨਲ ਗੁੱਡਸ ਹੈਗਾ ਹੈ, ਜਿਹੜਾ ਸਮਾਲ ਸਕੇਲ ਇੰਡਸਟਰੀ ਦੇ ਨਾਲ ਰਿਲੇਟਡ ਹੈਗਾ, ਉਹਨਾਂ ਦੇ ਟੈਸਟਿੰਗ ਦਾ ਕੰਮ ਵੀ ਇਹ ਕਰਦੇ ਨੇ। ਮੀਨਸ ਜੇ ਸਾਨੂੰ ਕਿਸੇ ਇੰਡਸਟਰੀ ਦੇ ਵਿੱਚ ਕੋਈ ਮਟੀਰੀਅਲ ਜਿਹੜਾ ਆਪਾਂ ਬਾਹਰੋਂ ਮੰਗਵਾਉਣਾ ਆ, ਉਹ ਜੇ ਟੈਸਟ ਕਰਨ ਦੀ ਜ਼ਰੂਰਤ ਪੈ ਜੇ, ਸੇ ਉਹਦੀ ਆਪਾਂ ਕੁਆਲਿਟੀ ਚੈੱਕ ਕਰਨੀ ਆ, ਤੇ ਸਾਡੇ ਕੋਲ ਲੈਬਸ ਸੈਟਅਪ ਕਰਨੀਆਂ ਪੈਣਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਹੈਵੀ ਇਨਵੈਸਟਮੈਂਟ ਆ। ਸੋ SISIs ਇੱਕ ਗਵਰਨਮੈਂਟ ਆਰਗੇਨਾਈਜੇਸ਼ਨ ਆ ਜਿਹੜੀ ਸਾਨੂੰ ਰॉ ਮਟੀਰੀਅਲ ਦੀ ਕੁਆਲਿਟੀ ਚੈੱਕ ਕਰਨ ਦੇ ਲਈ ਔਰ ਜਿਹੜਾ ਉਹ ਆਪਾਂ ਸਮਾਨ ਕੋਈ ਤਿਆਰ ਕਰ ਦਿੱਤਾ ਫਿਨਿਸ਼ਡ ਗੁੱਡ, ਉਹਦੀ ਕੁਆਲਿਟੀ ਚੈੱਕ ਕਰਨ ਦੇ ਲਈ ਸਾਡੀ ਹੈਲਪ ਕਰਦੀ ਆ। ਕੁਆਲਿਟੀ ਕੰਟਰੋਲ ਦੇ ਵਿੱਚ ਵੀ ਸਾਡੀਆਂ ਇੰਸਪੈਕਸ਼ਨਸ ਵੀ ਕਰਵਾਉਂਦੀ ਹੈ। ਸੋ ਹਰ ਤਰੀਕੇ ਦੇ ਨਾਲ ਸਾਨੂੰ ਹੈਲਪ ਕਰਦੀ ਹੈ। ਸਾਨੂੰ ਜ਼ਿਆਦਾ ਇਨਵੈਸਟਮੈਂਟ ਇੰਡਸਟਰੀ ਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤੋਂ ਇਲਾਵਾ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਆ, ਸਟੇਟ ਗਵਰਨਮੈਂਟ ਹੈਗੀ ਆ, ਜਿਹੜੇ ਉਹਨਾਂ ਦੇ ਪਾਲਿਸੀ ਮੈਟਰਸ ਨੇ ਸਮਾਲ ਸਕੇਲ ਇੰਡਸਟਰੀਜ਼ ਨੂੰ ਲੈ ਕੇ, ਉਹਨਾਂ ਦੇ ਉੱਪਰ ਐਡਵਾਈਜ਼ ਕਰਦੀ ਹੈ। ਸੋ ਇਹ ਐਡਵਾਈਜ਼ਰੀ ਆਰਗੇਨਾਈਜੇਸ਼ਨ ਵੀ ਆ ਸੈਂਟਰਲ ਤੇ ਸਟੇਟ ਗਵਰਨਮੈਂਟ ਦੀ। ਉਹਨਾਂ ਨੂੰ ਐਡਵਾਈਜ਼ ਕਰਦੇ ਨੇ, ਪਾਲਿਸੀ ਮੈਟਰਸ ਕੋਈ ਡਿਵੈਲਪਮੈਂਟ ਦੀਆਂ ਆ ਜਾਂਦੀਆਂ, ਦੱਸਦੇ ਨੇ ਇਹਦੇ 'ਚ ਇਹ ਅਮੈਂਡਮੈਂਟ ਦੀ ਜ਼ਰੂਰਤ ਆ, ਜਾਂ ਇਹ ਸਭ ਜਿਹੜਾ ਟੌਪਿਕ ਹੈਗਾ ਡਿਲੀਟ ਕੀਤਾ ਜਾਵੇ ਜਾਂ ਐਡ ਕੀਤਾ ਜਾਵੇ। ਸੋ SISIs ਇਹ ਕੰਮ ਵੀ ਕਰਦੀਆਂ ਨੇ। ਨੈਕਸਟ ਇਜ਼ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ, NSICs। ਜਿਹੜੇ NSICs ਨੇ 1995 ਦੇ ਵਿੱਚ ਸੈਟਅਪ ਕੀਤੇ ਗਏ ਸੀ ਔਰ ਇਹ ਗਵਰਨਮੈਂਟ ਅੰਡਰਟੇਕਿੰਗਸ ਹੈਗੀਆਂ ਨੇ। ਜਿਹੜਾ NSIC ਦਾ ਹੈਡ ਕੁਆਟਰ ਹੈਗਾ, ਹੈਡ ਆਫਿਸ ਹੈਗਾ, ਡੈਟ ਇਜ਼ ਇਨ ਦਿੱਲੀ। 4 ਇਹਦੇ ਛੋਟੇ ਰੀਜਨਲ ਆਫਿਸਿਸ ਨੇ, ਡੈਟ ਇਜ਼ ਇਨ ਦਿੱਲੀ 'ਚ ਇਟਸੈਲਫ ਹੈਗਾ, ਮੁੰਬਈ, ਕੋਲਕਾਤਾ ਐਂਡ ਚੇਨਈ। ਬੁੱਕ ਦੇ ਵਿੱਚ ਨਹੀਂ ਹੈਗਾ, ਤੁਹਾਡੀ ਇੰਪਲੋਏਬਿਲਿਟੀ ਸਕਿੱਲ ਦੇ ਵਿੱਚ ਸਾਰੇ ਜਾਣੇ ਨੋਟ ਕਰਨਗੇ। ਲਾਸਟ ਈਅਰ ਆਈ ਥਿੰਕ ਇਹ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਵੀ NSICs ਦਾ ਹੈਡ ਕੁਆਟਰ ਕਿੱਥੇ ਹੈ ਜਾਂ ਹੈਡ ਆਫਿਸ ਕਿੱਥੇ ਹੈਗਾ, ਰਾਈਟ। ਸੋ ਇਟ ਇਜ਼ ਇਨ ਨਿਊ ਦਿੱਲੀ ਔਰ ਇਹਦੇ ਰੀਜਨਲ ਆਫਿਸਿਸ ਜਿਹੜੇ ਕਿੱਥੇ ਕਿੱਥੇ ਹੈਗੇ, ਦਿੱਲੀ, ਮੁੰਬਈ, ਕੋਲਕਾਤਾ ਐਂਡ ਚੇਨਈ, ਇਹ ਪਤਾ ਹੋਣਾ ਚਾਹੀਦਾ। ਇਸ ਤੋਂ ਇਲਾਵਾ NSICs ਕੀ ਕਰਦੇ ਨੇ, ਜਿਹੜੇ ਪ੍ਰੋਡਕਟ SSIs ਪ੍ਰੋਡਿਊਸ ਕਰਦੇ ਨੇ। ਹੁਣ SSIs ਕੀ ਹੈਗਾ, ਸਮਾਲ ਸਕੇਲ ਇੰਡਸਟਰੀ ਪ੍ਰੋਡਿਊਸ ਕਰਦੀ ਆ, ਉਹਨਾਂ ਦੀ ਮਾਰਕੀਟਿੰਗ ਦੇ ਵਿੱਚ ਹੈਲਪ ਕਰਦੇ ਨੇ। ਹੁਣ ਮਾਰਕੀਟਿੰਗ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਲੋਕਲ ਮਾਰਕੀਟਿੰਗ ਹੁੰਦੀ ਹੈ, ਦੈਟ ਇਜ਼ ਨੋਨ ਐਜ਼ ਹੋਮ ਮਾਰਕੀਟਿੰਗ। ਸੈਕਿੰਡ ਇਜ਼ ਅਬਰੋਡ, ਆਪਣੇ ਕੰਟਰੀ ਤੋਂ ਬਾਹਰ ਜਾ ਕੇ ਕੋਈ ਜਿਹੜਾ ਆਪਾਂ ਸਮਾਨ ਭੇਜਣਾ, ਰਾਈਟ, ਐਕਸਪੋਰਟ ਕਰਨਾ। ਸੋ ਇਹਦੇ ਵਿੱਚ ਸਾਨੂੰ NSICs ਹੈਲਪ ਕਰਦੇ ਨੇ ਮਾਰਕੀਟਿੰਗ ਦੇ ਵਿੱਚ। ਸੋ NSIC ਮਾਰਕੀਟ ਪ੍ਰੋਡਕਟ ਆਫ SSI ਬਹੁਤ ਅੰਡਰ। ਅੱਛਾ, ਇਸ ਤੋਂ ਇਲਾਵਾ ਕਈ ਗਵਰਨਮੈਂਟ ਸਟੋਰ ਪਰਚੇਜ਼ ਪ੍ਰੋਗਰਾਮਸ ਗਵਰਨਮੈਂਟ ਦੇ ਹੈਗੇ ਨੇ, ਇੰਟਰਨਲ ਮਾਰਕੀਟਿੰਗ ਪ੍ਰੋਗਰਾਮਸ ਆ। 2 ਤਰ੍ਹਾਂ ਦੇ ਗਵਰਨਮੈਂਟ ਦੇ ਮਾਰਕੀਟਿੰਗ ਪ੍ਰੋਗਰਾਮਸ ਨੇ, ਗਵਰਨਮੈਂਟ ਸਟੋਰ ਪਰਚੇਜ਼ ਪ੍ਰੋਗਰਾਮ, ਨੈਕਸਟ ਇਜ਼ ਇੰਟਰਨਲ ਮਾਰਕੀਟਿੰਗ ਪ੍ਰੋਗਰਾਮਸ। ਜਿੰਨੇ ਵੀ SSIs ਨੇ, SSI ਕੀ ਹੈ, ਸਮਾਲ ਸਕੇਲ ਇੰਡਸਟਰੀਜ਼ ਨੇ, ਆਪਣਾ ਜਿਹੜਾ ਸਮਾਨ ਪ੍ਰੋਡਿਊਸ ਕਰਦੇ ਪਏ, ਆਪਣੇ ਜਿਹੜੇ ਪ੍ਰੋਡਕਟ ਪ੍ਰੋਡਿਊਸ ਕਰਦੇ ਪਏ ਆ, ਉਹਨਾਂ ਦੀ ਮਾਰਕੀਟਿੰਗ ਜਿਹੜੀ ਹੈਗੀ ਆ ਉਹ ਗਵਰਨਮੈਂਟ ਅਦਾਰਿਆਂ ਦੇ ਵਿੱਚ ਕਰਵਾਉਣ ਦੀ ਹੈਲਪ ਕਰਦੇ ਨੇ। ਜਿਵੇਂ ਰੇਲਵੇਜ਼ ਹੋ ਗਿਆ,
ਹੋਰ ਵੱਡੀਆਂ ਆਰਗੇਨਾਈਜੇਸ਼ਨਸ ਹੋ ਗਈਆਂ, ਉਹਨਾਂ ਨੂੰ ਪ੍ਰੋਡਕਟ ਦੀ ਕਿਸੇ ਦੀ ਜ਼ਰੂਰਤ ਆ, ਉਹ NSIC ਇਦਾਂ ਦੇ ਪ੍ਰੋਗਰਾਮ ਡਿਵੈਲਪ ਕਰੇਗੀ ਕਿ ਜਿਹੜੇ ਸਮਾਲ ਸਕੇਲ ਇੰਡਸਟਰੀਜ਼ ਹੈਗੀਆਂ ਨੇ ਉਹ ਇਹਦੇ ਵਿੱਚ ਜਾ ਕੇ ਸਮਾਨ ਆਪਣਾ ਸੇਲ ਕਰ ਸਕਣ, ਆਪਣੀ ਮਾਰਕੀਟਿੰਗ ਕਰ ਸਕਣ। ਇਸ ਤੋਂ ਇਲਾਵਾ ਇਹ ਜਿਹੜੇ ਫਾਈਨੈਂਸ਼ੀਅਲ ਅਸਿਸਟੈਂਸ ਵੀ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਕਿ ਕਿੱਥੋਂ ਐਂਟਰਪ੍ਰੇਨਿਓਰ ਨੂੰ ਪੈਸਾ ਮਿਲੇਗਾ ਫॉर ਪਰਚੇਜ਼ ਆਫ ਮਸ਼ੀਨਰੀ, ਇਕਵਿਪਮੈਂਟ, ਇਨਫਰਾਸਟ੍ਰਕਚਰ ਖਰੀਦਣ ਦੇ ਲਈ ਕਿਸੇ ਆਰਗੇਨਾਈਜੇਸ਼ਨ ਨੇ ਕਿਹੜੀ ਜਗ੍ਹਾ ਤੇ ਜਾਣਾ ਹੈ। ਇਸ ਫਾਈਨੈਂਸ਼ੀਅਲ ਅਸਿਸਟੈਂਸ ਵੀ ਜਿਹੜੀ ਹੈ NSIC ਸਾਨੂੰ ਦਿੰਦੇ ਨੇ। ਸੋ ਟਾਈਮ ਥੋੜਾ ਜਿਹਾ ਘੱਟ ਆ, ਮੈਂ ਥੋੜਾ ਜਿਹਾ ਰਸ਼ ਅਪ ਕਰਾਂਗਾ। ਪ੍ਰੋਵਾਈਡ ਵੇਰੀਅਸ ਇਕਵਿਪਮੈਂਟ ਔਨ ਲੀਜ਼ ਬੇਸਿਸ। ਇਸ ਤੋਂ ਇਲਾਵਾ ਜੇ ਕਿਸੇ ਆਰਗੇਨਾਈਜੇਸ਼ਨ ਦੀ ਨਿਊ ਮਸ਼ੀਨਰੀ ਖਰੀਦਣ ਦੀ ਕੈਪੈਸਿਟੀ ਨਹੀਂ ਹੈਗੀਆਂ ਤੇ ਇਹ ਲੀਜ਼ ਬੇਸ ਮਸ਼ੀਨਰੀ ਵੀ ਪ੍ਰੋਵਾਈਡ ਕਰਦੇ ਨੇ ਆਰਗੇਨਾਈਜੇਸ਼ਨਸ ਨੂੰ। ਐਕਸਪੋਰਟਿੰਗ ਦੇ ਵਿੱਚ ਹੈਲਪ ਕਰਦੇ ਆ, ਵਰਕਰਸ ਨੂੰ ਟ੍ਰੇਨਿੰਗ ਵੀ ਕਰਵਾਉਂਦੇ ਆ SSIs ਨੂੰ, ਡਿਵੈਲਪਮੈਂਟ ਐਂਡ ਅਪਗ੍ਰੇਡੇਸ਼ਨ ਆਫ ਟੈਕਨੋਲੋਜੀ ਦੇ ਵਿੱਚ ਵੀ ਹੈਲਪ ਕਰਦੇ ਨੇ। ਕੰਸਟਰਕਸ਼ਨ ਆਫ ਇੰਡਸਟਰੀਅਲ ਸਟੇਟ ਦੀ ਕੰਸਟਰਕਸ਼ਨ, ਹਰ ਇੱਕ ਸਿਟੀ ਦੇ ਵਿੱਚ ਇੱਕ ਇੰਡਸਟਰੀਅਲ ਸਟੇਟ ਹੁੰਦੀ ਆ, ਉਹਨੂੰ ਡਿਵੈਲਪ ਕੀਤਾ ਜਾਂਦਾ ਗਵਰਨਮੈਂਟ ਦੇ ਵਿੱਚੋਂ, ਉਹਦੀ ਮੇਜਰ ਰਿਸਪੌਂਸਿਬਿਲਿਟੀ ਲਾਈਜ਼ ਵਿਦ NSIs। ਸੋ ਇਹਨਾਂ ਨੇ ਇੰਡਸਟਰੀਅਲ ਸਟੇਟਸ ਵੀ ਜਿਹੜੀਆਂ ਸੈਟਅਪ ਕਰਵਾਉਣੀਆਂ ਨੇ। ਇਸ ਤੋਂ ਇਲਾਵਾ ਪਰਚੇਜ਼ ਹਿਊਜ ਕੁਆਂਟੀਟੀ ਆਫ ਇੰਪੋਰਟੈਂਟ ਰॉ ਮਟੀਰੀਅਲਸ, ਇਹਨਾਂ ਨੇ ਇਹ ਬਹੁਤ ਵੱਡਾ ਰੋਲ ਆ ਜਿਹੜਾ ਮੈਂ ਲਾਸਟ ਪੜਨ ਜਾ ਰਿਹਾ। ਜਿੰਨੇ ਵੀ SSIs ਨੇ, ਸਮਾਲ ਸਕੇਲ ਇੰਡਸਟਰੀਜ਼ ਨੇ, ਇਹਨਾਂ ਦੇ ਲਈ ਇੱਕ ਰॉ ਮਟੀਰੀਅਲ ਇਹ ਖਰੀਦ ਕੇ ਰੱਖਦੇ ਨੇ ਹਿਊਜ ਕੁਆਂਟੀਟੀ ਦੇ ਵਿੱਚ, ਔਰ ਉਹਨਾਂ ਨੂੰ ਰੀਜ਼ਨੇਬਲ ਰੇਟਸ ਤੇ ਅੱਗੇ ਪ੍ਰੋਵਾਈਡ ਕਰਦੇ ਨੇ ਤਾਂ ਜੋ ਐਕਸਪਲੋਇਟ ਨਾ ਹੋਣ, ਉਹਨਾਂ ਨੂੰ ਰॉ ਮਟੀਰੀਅਲ ਕਾਸਟਲੀ ਨਾ ਮਿਲੇ। ਸੋ NSIC ਨੇ ਕੀ ਕਰਨਾ, ਪਰਚੇਜ਼ ਕਰਨੀਆਂ ਹਿਊਜ ਕੁਆਂਟੀਟੀ ਦੇ ਵਿੱਚ ਡਿਫਰੈਂਟ ਟਾਈਪਸ ਆਫ ਰॉ ਮਟੀਰੀਅਲਸ ਫॉर SSIs ਤਾਂ ਜੋ ਉਹਨਾਂ ਨੂੰ ਰੀਜ਼ਨੇਬਲ ਰੇਟਸ ਦੇ ਉੱਤੇ ਸਪਲਾਈ ਕਰ ਸਕਣ। ਸੋ ਨੈਕਸਟ ਇਜ਼ Small Industries Development Organization, SIDO, that is known as SIDO, Small Industries Development Organization। ਇਹਨਾਂ ਨੇ ਵੀ ਕਾਫੀ ਵੱਡੇ ਰੋਲ ਨੇ, ਇਹ ਹੈਲਪ ਕਰਦੇ ਨੇ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ ਚ ਸਿਰਫ। ਬਾਕੀ ਆਪਾਂ ਤਿੰਨ ਤਰ੍ਹਾਂ ਦੇ ਸਟੱਡੀ ਕਰਦੇ ਪਏ, ਮਾਈਕਰੋ, ਸਮਾਲ ਐਂਡ ਮੀਡੀਅਮ। ਇਹ ਹੈਲਪ ਕਰਨਗੇ ਸਾਡੇ ਸਮਾਲ ਮੀਡੀਅਮ ਇੰਟਰਪ੍ਰਾਈਜ਼ਸ ਦੇ ਵਿੱਚ, ਰਾਈਟ। ਮਾਈਕਰੋ ਚ ਡੀਲ ਨਹੀਂ ਕਰਦੇ, ਗਵਰਨਮੈਂਟ ਦੀ ਇੱਕ ਏਜੰਸੀ ਹੈਗੀ ਆ, ਬਹੁਤ ਬ੍ਰੌਡ ਲੈਵਲ ਤੇ ਕੰਮ ਕਰਦੇ ਨੇ, ਰਾਈਟ। ਜਿਵੇਂ ਇੰਡਸਟਰੀਜ਼ ਨੂੰ ਟੂਲ ਰੂਮ ਸਰਵਿਸਿਜ਼ ਦੇਣੀਆਂ, ਟੈਸਟਿੰਗ ਸੈਂਟਰਸ ਇਹਨਾਂ ਦੇ ਆਪਣੇ ਖੁਦ ਦੇ ਹੈਗੇ ਨੇ, R&D ਸਰਵਿਸਿਜ਼ ਹੈਗੀਆਂ ਨੇ, ਕੰਸਲਟੈਂਸੀ ਸਰਵਿਸਿਜ਼ ਹੋ ਗਈਆਂ, ਪਾਲਿਸੀ ਡਿਵੈਲਪਮੈਂਟ ਹੋ ਗਈਆਂ। ਇਸ ਤੋਂ ਇਲਾਵਾ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਰਿਲੇਟਿਡ ਟੂ ਦੀ ਡਿਵੈਲਪਮੈਂਟ ਆਫ SSIs, ਉਹਨਾਂ ਦੇ ਵਿੱਚ ਗਵਰਨਮੈਂਟ ਨੂੰ ਐਡਵਾਈਜ਼ ਕਰਦੇ ਨੇ, ਉਹਨਾਂ ਦੀ ਪ੍ਰੈਪਰੇਸ਼ਨ ਕਰਦੇ ਨੇ, ਰਾਈਟ। ਸੋ ਇਹ ਬਹੁਤ ਵੱਡੇ ਕੰਮ ਕਰਦੀ ਹੈ ਜਿਹੜੀ SIDO ਹੈਗਾ, ਟੂਲ ਰੂਮ ਸਰਵਿਸਿਜ਼, ਟੈਸਟਿੰਗ ਸੈਂਟਰਸ, R&D, ਕੰਸਲਟੈਂਸੀ ਸਰਵਿਸਿਜ਼, ਪਾਲਿਸੀ ਡਿਵੈਲਪਮੈਂਟ ਐਂਡ ਐਡਵਾਈਜ਼ਰੀ ਟੂ ਦੀ ਗਵਰਨਮੈਂਟ। So next is Small Industries Development Agencies, SIDA, that is known as SIDA, right? Small Industries Development Agencies, ਇਹਨਾਂ ਦੇ ਇਹ ਵੀ ਇੱਕ ਸਿੰਗਲ ਵਿੰਡੋ ਸਰਵਿਸਿਜ਼ ਨੇ ਜਿਹੜੀਆਂ ਗਵਰਨਮੈਂਟ ਸਾਨੂੰ ਪ੍ਰੋਵਾਈਡ ਕਰਦੀਆਂ ਨੇ। ਇਹ ਵੀ ਬੜੇ ਡਿਫਰੈਂਟ ਕੰਮ ਕਰਦੀਆਂ ਨੇ, ਰਾਈਟ। ਸਾਨੂੰ ਅਸਿਸਟ ਕਰਦੀਆਂ ਨੇ, ਗਾਈਡ ਕਰਦੀਆਂ ਨੇ। ਕਿਸ ਕੰਮ ਦੇ ਵਿੱਚ? ਅਸੀਂ ਪਾਵਰ ਕਨੈਕਸ਼ਨ, ਕੋਈ ਨਵਾਂ ਆਰਗੇਨਾਈਜੇਸ਼ਨ ਖੋਲਣੀ, ਆਪਾਂ ਪਾਵਰ ਕਨੈਕਸ਼ਨ ਕਿਸ ਤਰੀਕੇ ਨਾਲ ਲੈਣੇ ਆ, ਸਾਨੂੰ ਗਾਈਡ ਕਰਨਗੇ, ਓਕੇ। ਸਾਨੂੰ ਕਿਹੜੇ ਕਿਹੜੇ ਬੈਂਕ ਦੇ ਚੋਂ ਫਾਈਨੈਂਸਿਸ ਮਿਲ ਸਕਦੇ ਆ, ਮੀਨਸ ਸਾਨੂੰ ਲੋਨ ਕਿੱਥੋਂ ਮਿਲ ਸਕਦਾ ਜਿਹੜਾ ਆਪਾਂ ਪ੍ਰੋਡਕਟ ਕਰਨਾ, ਸਾਨੂੰ ਇਹ ਸਿੱਧਾ ਨੇ ਗਾਈਡ ਕਰਨਾ। ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕਿਹੜੇ ਕਿਹੜੇ ਹੈਗੇ ਨੇ। ਪੋਲਿਊਸ਼ਨ ਦੇ ਲਈ ਆਪਾਂ NOCs ਲਈ ਕਿਹੜੇ ਤਰੀਕੇ ਦੇ ਨਾਲ ਅਪਲਾਈ ਕਰਾਣਾ, ਰਾਈਟ। ਇਸ ਤੋਂ ਬਾਅਦ ਜੇ ਕੋਈ ਸਿੱਕ ਇੰਡਸਟਰੀ ਹੈਗੀ, ਹੁਣ ਸਿੱਕ ਇੰਡਸਟਰੀ ਕਿਹੜੀ ਆ? ਉਹ ਵਾਲੀ ਇੰਡਸਟਰੀ ਜਿਹੜੀ ਲਾਸ ਚਲੇ ਜਾਵੇ। ਫਾਈਨੈਂਸ਼ੀਅਲ ਈਅਰ ਦੇ ਬਾਅਦ ਆਪਾਂ ਇੱਕ ਫਾਈਂਡ ਆਊਟ ਕਰਦੇ ਆ ਆਪਣਾ ਬਜਟ, ਉਹਦੇ ਵਿੱਚ ਜੇ ਸਾਨੂੰ ਪਤਾ ਕਿ ਇਹ ਇੰਡਸਟਰੀ ਲਾਸ ਦੇ ਵਿੱਚ ਚਲੇ ਗਈ ਆ, ਉਹ ਸਿਕਨੈਸ ਇੰਡਸਟਰੀ ਦਾ ਸੇ ਉਹਨਾਂ ਨੇ ਲੋਨ ਲਿਆ ਹੋਇਆ ਸਰਕਾਰੀ ਅਦਾਰਿਆਂ ਤੋਂ। ਸੋ ਹੁਣ ਜਿਹੜੇ ਬੈਂਕ ਹੈਗੇ ਉਹਨਾਂ ਨੇ ਤਾਂ ਆਪਣੀਆਂ ਇੰਸਟਾਲਮੈਂਟਸ ਲੈਣੀਆਂ, ਕੰਪਨੀ ਚਲੇਗੀ ਲਾਸ ਦੇ ਵਿੱਚ। ਸੋ ਇਹ ਜਿਹੜੀ SIDA ਹੈਗਾ, ਇਹਨੇ ਇੱਕ ਕੰਪਰੋਮਾਈਜ਼ ਸੈਟਲਮੈਂਟ ਕਰਵਾਉਣਾ ਬਿਟਵੀਨ SSI ਐਂਡ ਬੈਂਕ ਦੇ ਵਿੱਚ, ਕੰਪਰੋਮਾਈਜ਼ ਕਰਵਾਉਂਦੇ ਨੇ ਜੇ ਕੋਈ ਸਿਕਨੈਸ ਇੰਡਸਟਰੀ ਚਲੇਗੀ। ਇਸ ਤੋਂ ਇਲਾਵਾ ਐਸਕੋਰਟ ਸਰਵਿਸਿਜ਼ ਇਨਵੈਸਟਰਸ ਲਈ ਵੀ ਸਾਨੂੰ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈਗੀ ਪਲਾਂਟ ਐਂਡ ਮਸ਼ੀਨਰੀ ਲਗਾਉਣ ਦੇ ਲਈ, ਇਹ ਸਰਵਿਸਿਜ਼ ਵੀ ਜਿਹੜੀਆਂ ਸਾਨੂੰ ਹੈਗੀਆਂ SIDA ਸਿੱਧਾ ਪ੍ਰੋਵਾਈਡ ਕਰਦਾ।
ਸੋ ਸਿੱਧਾ ਨੇ ਬੜੇ ਡਿਫਰੈਂਟ ਕੰਮ ਕਰਨੇ ਨੇ। ਪੇਪਰ ਦੇ ਵਿੱਚ ਆ ਜਾਂਦਾ ਵੀ ਜੇ ਤੁਸੀਂ ਪਾਵਰ ਕਨੈਕਸ਼ਨ ਲੈਣੇ ਆ, which organization will help you? If you want to get the NOC for pollution, which organization will help you, right? So if SICK units ਜਿਹੜੇ ਹੈਗੇ ਆ, SICK industry ਹੈਗੀ, ਉਹਦੀ help ਜਿਹੜੀ ਹੈਗੀ ਆ ਉਹ ਕਿਹੜੀ organization ਕਰਦੀ ਆ between for the compromise between the financial organization and SSIs? ਸੋ ਇਹ ਸਾਰੀਆਂ ਇਹਨਾਂ ਦੇ ਪਾਵਰ ਕਨੈਕਸ਼ਨ ਹੋ ਗਏ, NOCs ਹੋ ਗਈਆਂ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਬਾਰੇ ਇਹਨਾਂ ਨੇ ਗਾਈਡ ਕਰਨਾ ਸਾਨੂੰ ਸਿੱਧਾ ਨੇ। ਸੋ ਇਹ ਜਿਹੜੇ ਸਾਰੇ ਕੰਮ ਹੈਗੇ ਆ ਉਹ ਸਮਾਲ ਇੰਡਸਟਰੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਜਾਂ ਏਜੰਸੀ ਹੀ ਕਰਦੀ ਆ। ਸੋ ਇਹ ਮੇਰਾ ਲੈਕਚਰ ਇੱਥੇ ਕੰਪਲੀਟ 8 ਦੀਆਂ 8 ਆਰਗੇਨਾਈਜੇਸ਼ਨਸ ਮੈਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਡਿਸਕਸ ਕਰ ਲਈਆਂ ਨੇ, ਰਾਈਟ। ਮਿਸ਼ਨ ਫਤਿਹ, ਐਜ਼ ਯੂ ਨੋ, ਪੰਜਾਬ ਇਜ਼ all over world there is a COVID-19, ਤਾਂ ਪੰਜਾਬ ਨੇ ਇੱਕ ਮਿਸ਼ਨ ਫਤਿਹ ਚਲਾਇਆ। ਉਹਦੇ ਦੌਰਾਨ ਜਿਹੜੀਆਂ ਗਵਰਨਮੈਂਟ ਦੀਆਂ ਇੰਸਟਰਕਸ਼ਨਸ ਨੇ, ਰੈਗੂਲਰ ਹੈਂਡ ਵਾਸ਼ ਕਰੋ, ਮਾਸਕ ਵੀਅਰ ਕਰੋ, ਸੈਨੀਟਾਈਜ਼ ਹੱਥਾਂ ਨੂੰ ਕਰੋ, ਆਪਣੇ ਆਪ ਨੂੰ ਸੇਫ ਕਰੋ, ਜ਼ਰੂਰਤ ਆ ਤਾਂ ਬਾਹਰ ਜਾਓ, ਅਦਰਵਾਈਜ਼ ਨਾ ਜਾਓ, ਤਾਂ ਜੋ ਇਹ ਮਹਾਮਾਰੀ ਤੋਂ ਤੁਸੀਂ ਜਲਦੀ ਬਾਹਰ ਆਓ। ਸਟੇ ਹੋਮ, ਸਟੇ ਲਾਈਵ, ਸਟੇ ਸੇਫ। ਸੋ ਇਸ ਕਰਕੇ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਹੈ। ਸਾਰਿਆਂ ਦੀ ਜ਼ਿੰਮੇਵਾਰੀ ਨੇਸ਼ਨ ਨੂੰ ਚਲਾਉਣ ਦੀ ਬਹੁਤ ਵੱਡੀ ਹੈਗੀ ਆ। ਸੋ ਥੈਂਕ ਯੂ ਵੈਰੀ ਮਚ। ਮੈਂ ਸਕਰੀਨ ਜਿਹੜਾ ਆਫ ਕਰ ਰਿਹਾ। ਸੋ ਮੈਂ ਸਕਰੀਨ ਆਫ ਕਰ ਲਈ, ਲੈਕਚਰ ਮੇਰਾ ਪੂਰਾ ਆ ਗਿਆ। ਮੇਰੇ ਕੋਲ ਸਿਰਫ 2 ਮਿੰਟ ਹੈ। ਇਫ ਐਨੀ ਕੁਐਸਚਨ ਯੂ ਮੇ ਆਸਕ, ਇਫ ਐਨੀ ਕੁਐਸਚਨ। ਮੇਰੇ ਕੋਲ ਕੁਐਸਚਨ ਪੁੱਛ ਸਕਦੇ ਹੋ। ਸੋ ਮੈਂ ਦੇਖਦਾ, ਮੈਂ ਓਕੇ, ਆਈ ਐਮ ਅਲਾਉਇੰਗ ਯੂ। ਮੈਂ ਅਲਾਉ ਕਰ ਦਿੱਤਾ ਆਪਣੇ ਆਪ ਨੂੰ, ਤੁਸੀਂ ਅਲਾਉ ਕਰਕੇ ਪੁੱਛ ਸਕਦੇ ਹੋ। ਇਫ ਯੂ ਹੈਵ ਐਨੀ ਕੁਐਸਚਨ ਪਲੀਜ਼ ਆਸਕ ਮੀ। ਬਹੁਤ ਟਾਈਮ ਘੱਟ। ਹੈਲੋ ਜੀ ਬੋਲੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬੋਲੋ ਜੀ। ਸਰ ਇੱਕ ਵਾਰ ਜੋ ਡਿਸਟ੍ਰਿਕਟ ਇੰਡਸਟਰੀ ਸੈਂਟਰ ਹੈ ਉਹ ਵਾਲੀ ਸਲਾਈਡ ਸ਼ੋ ਕਰਿਓ ਜੀ। ਜਿਹੜਾ ਡਿਸਟ੍ਰਿਕਟ ਬੇਟਾ ਜੋ ਹੁਣ ਨਾ ਸਕਰੀਨ ਸ਼ੇਅਰਿੰਗ ਦੀ ਥੋੜੀ ਪ੍ਰੋਬਲਮ ਆ, ਤੁਸੀਂ ਮੈਨੂੰ ਆਪਣਾ ਨੰਬਰ ਭੇਜ ਦਿਓ। ਮੈਂ ਜਿਹੜਾ ਜੇ ਸਿਰਫ ਸਕਰੀਨ ਸ਼ੇਅਰਿੰਗ ਹੀ ਕਰਨੀ ਆ ਤੇ DICs ਦਾ ਜਿਹੜਾ ਮੈਂ ਤੁਹਾਨੂੰ ਨੋਟਸ ਤਿਆਰ ਕੀਤੇ ਹੋਏ ਮੈਂ ਤੁਹਾਡੇ ਆਪਣੇ ਨੰਬਰ ਤੇ ਭੇਜ ਦਵਾਂਗਾ। ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਉਹਦੇ ਵਿੱਚ, ਰਾਈਟ। ਜੇ ਕਿਸੇ ਨੂੰ ਸਰ ਤੁਹਾਡੇ ਜੋ ਲੈਕਚਰ ਹੈ YouTube ਤੇ ਅਵੇਲੇਬਲ ਹੈਗੇ ਹੈ ਜੀ? ਯਸ ਇਹ ਆਪਣੇ ਜੇ ਤੁਸੀਂ ਜਾਓਗੇ ਆਪਣਾ ਪੰਜਾਬ ਦਾ ਇੱਕ ਪ੍ਰੈਕਟੀਕਲ ਸਕਿੱਲ YouTube ਚੈਨਲ ਹੈਗਾ, ਉੱਥੇ ਤੁਸੀਂ ਸਰਚ ਕਰੋਗੇ ਤਾਂ ਮੇਰੇ ਲੈਕਚਰ ਪਏ ਹੋਏ ਨੇ। ਇਸ ਤੋਂ ਇਲਾਵਾ ਇਹ ਜਿਹੜਾ ਲੈਕਚਰ ਜਿਵੇਂ ਮੈਂ ਅੱਜ ਵੀਕ ਨਿੰਮੀ ਚੈਨਲ ਦੇ ਉੱਤੇ ਅਪਲੋਡ ਹੋ ਜਾਂਦਾ, ਨਿੰਮੀ ਚੈਨਲ ਤੋਂ ਵੀ ਤੁਸੀਂ ਇਹ ਮੇਰਾ ਲੈਕਚਰ ਲੈ ਸਕਦੇ ਜੀ। ਹੋਰ ਹੈਲੋ, ਹਾਂਜੀ ਬੋਲੋ ਜੀ। ਹਾਂਜੀ ਸਰ, ਨਮਸਕਾਰ ਜੀ। ਨਮਸਕਾਰ ਸਰ, ਜਿੱਦਾਂ ਹੁਣ ਗੱਲ ਹੋਈ ਸੀਗੀ ਕਿ ਲੈਕਚਰ ਤੁਸੀਂ ਨਿੰਮੀ ਚੈਨਲ ਤੋਂ ਆਨਲਾਈਨ ਵੀ ਉਹ ਕਰ ਸਕਦੇ ਹੋ ਜੀ। ਸਰ ਮੈਂ ਨਾ ਕਈ ਲੈਕਚਰ ਫਾਈਂਡ ਕੀਤੇ ਆ ਪਰ ਉਹ ਚੋਂ ਮਿਲਦਾ ਨਹੀਂ ਹੈਗਾ ਜੀ। ਜੇ ਪੰਜਾਬੀ ਥੈਂਕ ਯੂ ਜੀ ਦੱਸਦਾ ਜੀ, ਸਰ, ਪੰਜਾਬੀ ਥੈਂਕ ਯੂ। ਤੁਸੀਂ ਕਈ ਪੰਜਾਬੀ ਲੈਕਚਰ ਨੇ ਜਿੱਦਾਂ ਜਾਵਾ ਹੈਗਾ, ਉਹ ਸਾਰੇ ਲੈਕਚਰ ਲਗਭਗ ਹੁੰਦੇ ਹੈਗੇ। हेलो, ਇਹ ਲੈਕਚਰ, ਹਾਂਜੀ ਬੋਲੋ ਜੀ। ਹਾਂਜੀ, ਉਹ ਸਾਰੇ ਜਾਵਾ ਸਕ੍ਰਿਪਟ ਵਾਲੇ ਲੈਕਚਰ ਸਾਰੇ ਹੁੰਦੇ ਆ ਲਗਭਗ। ਤੇ ਜਿੱਦਾਂ ਹੁਣ ਮੇਰੀ ਆ ਰਹੀ ਸੀ ਟ੍ਰੇਡ ਹੈ ITI ਦੀ, ਹਾਂਜੀ ਉਹਦਾ ਲੈਕਚਰ ਲਗਭਗ ਮੈਨੂੰ ਹੁਣ ਤੱਕ ਕੋਈ ਨਹੀਂ ਮਿਲਿਆ ਹੈਗਾ ਜੀ ਉਹਦੇ ਤੋਂ। ਮੈਂ ਤੁਹਾਨੂੰ ਦੱਸਦਾ ਬਹੁਤ ਜਲਦੀ ਨਾ, ਪਹਿਲੇ ਨਹੀਂ ਸੀ, ਹੁਣ ਆਪਣੇ ਪੰਜਾਬ ਵੱਲੋਂ ਹੀ ਅਪਲੋਡ ਕੀਤੇ ਜਾ ਸਕਦੇ ਆ, ਜਾ ਰਹੇ ਨੇ ਇਸ ਵੇਲੇ। ਤੁਸੀਂ ਪੰਜਾਬ ਚੈਨਲ ਨੂੰ ਕਲਿੱਕ ਕਰੋਗੇ ਉੱਥੇ ਸਾਰੇ ਪੰਜਾਬ ਦੇ ਅਲੱਗ ਤੋਂ ਇੱਕ ਪਏ ਹੋਏ ਨੇ ਲੈਕਚਰਸ, ਉਹਨਾਂ ਵਿੱਚੋਂ ਫਾਈਂਡ ਆਊਟ ਕਰਿਓ। ਸੋ ਇਹ ਬੜੀ ਤੇਜ਼ੀ ਨਾਲ ਆਪਾਂ ਅਪਲੋਡ ਕਰ ਰਹੇ ਹਾਂ, ਲਗਭਗ 250 ਜਾਂ 300 ਦੇ ਆਸ-ਪਾਸ ਆਪਾਂ ਲੈਕਚਰ ਅਪਲੋਡ ਕਰ ਚੁੱਕੇ ਹਾਂ। ਬਾਕੀ ਬਹੁਤ ਸਪੀਡ ਨਾਲ ਹੋਣਗੇ ਔਰ ਜਲਦੀ ਤੁਹਾਨੂੰ ਮਿਲ ਜਾਣਗੇ। ਜੀ ਸਰ, ਨਿੰਮੀ ਦੇ YouTube ਚੈਨਲ ਤੇ ਹੀ ਨੇ ਨਾ? ਹਾਂ, ਆਪਣਾ ਪੰਜਾਬ ਪ੍ਰੈਕਟੀਕਲ ਸਕਿੱਲ ਚੈਨਲ ਵੀ ਹੈਗਾ, ਉੱਥੇ ਵੀ ਟ੍ਰੇਡ ਵਾਈਜ਼ ਜਿਹੜੇ ਹੈਗੇ ਆ ਉਹ ਫੋਲਡਰ ਪਏ ਨੇ, ਉਹ ਟ੍ਰੇਡ ਵਾਈਜ਼ ਤੁਸੀਂ ਲੈਕਚਰ ਉੱਥੋਂ ਵੀ ਪਿਕ ਕਰ ਸਕਦੇ ਹੋ। ਪੰਜਾਬ ਪ੍ਰੈਕਟੀਕਲ ਸਕਿੱਲ? ਹਾਂ, ਪੰਜਾਬ ITI ਪੰਜਾਬ ਪ੍ਰੈਕਟੀਕਲ ਸਕਿੱਲਸ, ਠੀਕ ਹੈ, ਉਹਨੂੰ ਸਬਸਕ੍ਰਾਈਬ ਵੀ ਕਰੋ ਸਾਰੇ ਜਾਣੇ। ਚਲਿਏ ਠੀਕ ਹੈ ਜੀ, ਕਿਉਂਕਿ ਟਾਈਮ ਜ਼ਿਆਦਾ ਹੋ ਗਿਆ, ਨੈਕਸਟ ਸੈਸ਼ਨ ਆਪਾਂ ਸਟਾਰਟ ਕਰਨਾ ਹੈ। ਸੋ ਥੈਂਕ ਯੂ ਵੈਰੀ ਮਚ। ਯਸ, ਐਨੀ ਕੁਐਸਚਨ? ਚਲਿਏ, ਥੈਂਕ ਯੂ ਵੈਰੀ ਮਚ। ਮੈਂ ਜੀ No, sir. okay, thank you very much for attending my section. Have a nice day. thank you, sir. ਥੈਂਕ ਯੂ ਸਰ।